ਸੋ ਸਟੂਡੈਂਟਸ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਵਿਸ਼ਾ ਜਿਹੜਾ ਪੜਾਂਗੇ ਉਹ ਹੈਗਾ ਕੰਪਿਊਟਰ ਸਾਇੰਸ ਤੇ ਕਲਾਸ ਹੈਗੀ 12ਵੀਂ ਤੇ ਬੋਰਡ ਹੈਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਇਹਦੇ ਵਿੱਚ ਹੈਗਾ ਚੈਪਟਰ ਨੰਬਰ 7 ਤੇ ਚੈਪਟਰ ਦਾ ਨਾਮ ਹੈਗਾ ਈ ਗਵਰਨੈਂਸ ਪਾਰਟ 2। ਈ ਗਵਰਨੈਂਸ ਦੀ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਦੇਖਦੇ ਹਾਂ। ਡੈਫੀਨੇਸ਼ਨ ਦੇ ਵਿੱਚ ਇਹ ਹੈਗਾ ਜੀ, ਈ ਗਵਰਨੈਂਸ ਦੀ ਫੁੱਲ ਫਾਰਮ ਕੀ ਹੋਈ? ਇਲੈਕਟ੍ਰੋਨਿਕ ਗਵਰਨੈਂਸ। ਕਿ ਜਦੋਂ ਕੋਈ ਪਾਰਟੀ ਰਾਜ ਕਰਦੀ ਹੈਗੀ ਆ ਤਾਂ ਉਹ ਆਪਣੇ ਜਿਹੜੇ ਸਿਟੀਜ਼ਨ ਹੈਗੇ ਨੇ ਉੱਥੋਂ ਦੇ, ਚਾਹੇ ਉਹ ਕੋਈ ਆਰਗੇਨਾਈਜੇਸ਼ਨ ਹੈਗੀ ਆ, ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨੀ ਹੈ ਤੇ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਕਰਨਾ। ਇਹ ਸਾਰਾ ਇਲੈਕਟ੍ਰੋਨਿਕ ਮਾਧਿਅਮ ਦੁਆਰਾ ਜਦੋਂ ਅਸੀਂ ਕਰਦੇ ਹਾਂ ਤਾਂ ਉਸ ਨੂੰ ਕੀ ਕਹਿ ਦਿੰਦੇ ਹਾਂ? ਇਲੈਕਟ੍ਰੋਨਿਕ ਗਵਰਨੈਂਸ। ਇੱਥੇ ਇੱਕ ਗਵਰਨੈਂਸ ਦੀ ਹੋਰ ਬੜੀ ਵਧੀਆ ਡੈਫੀਨੇਸ਼ਨ ਦਿੱਤੀ ਹੋਈ ਆ। ਕਹਿੰਦੇ ਗਵਰਨੈਂਸ ਦਾ ਮੀਨਿੰਗ ਕੀ ਹੋਇਆ? ਐਕਟੀਵਿਟੀਜ਼ ਆਫ ਦਾ ਗਵਰਨਮੈਂਟ। ਗਵਰਨਮੈਂਟ ਦੁਆਰਾ ਕੀਤੀਆਂ ਜਾਣ ਵਾਲੀਆਂ ਐਕਟੀਵਿਟੀਜ਼ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਗਵਰਨੈਂਸ ਕਹਿ ਦਿੰਦੇ ਹਾਂ। ਸੋ ਵੈਰੀ ਇੰਪੋਰਟੈਂਟ, ਐਕਟੀਵਿਟੀਜ਼ ਆਫ ਗਵਰਨਮੈਂਟ। ਇਹ ਕੀ ਨੇ? ਇਹ ਕੁਝ ਰੂਲ ਨੇ, ਸੈਟ ਆਫ ਰੂਲਸ ਐਂਡ ਲਾ ਫਰੇਮਡ ਬਾਈ ਦਾ ਗਵਰਨਮੈਂਟ that are to be implemented through the representative of the state। ਕਿ ਕੁਝ ਰੂਲਸ, ਜੇ ਆਪਾਂ ਗੱਲ ਕਰੀਏ ਰੂਲ ਅਤੇ ਲਾ ਜਿਹੜੇ ਗਵਰਨਮੈਂਟ ਦੁਆਰਾ ਬਣਾਏ ਹੋਏ ਨੇ, ਠੀਕ ਹੈ, ਜਿਨ੍ਹਾਂ ਨੂੰ ਇੰਪਲੀਮੈਂਟ ਕੀਤਾ ਜਾਂਦਾ ਗਵਰਨਮੈਂਟ ਦੇ ਰਿਪਰੈਜ਼ੈਂਟੇਟਿਵ ਦੁਆਰਾ। ਕਾਹਦੇ ਲਈ? ਟੂ ਸਪੋਰਟ ਐਂਡ ਸਿੰਪਲੀਫਾਈ ਗਵਰਨੈਂਸ ਆਫ ਦਾ ਗਵਰਨਮੈਂਟ। ਯਾਨੀ ਕਿ ਗਵਰਨਮੈਂਟ ਨੂੰ ਸਪੋਰਟ ਕਰਨ ਦੇ ਲਈ ਤੇ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਲਈ, ਠੀਕ ਹੈ, ਜਿਹੜੇ ਰੂਲ ਨੇ, ਜਿਹੜੇ ਲਾ ਨੇ, ਉਹ ਗਵਰਨਮੈਂਟ ਦੁਆਰਾ ਫਰੇਮ ਕੀਤੇ ਹੋਏ ਨੇ ਤੇ ਗਵਰਨਮੈਂਟ ਦੇ ਜਿਹੜੀਆਂ ਸਾਰੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਕੀ ਕਹਿ ਦਿੰਦੇ ਆਪਾਂ? ਗਵਰਨੈਂਸ। ਇਹ ਕਾਹਦੇ ਲਈ ਹੁੰਦਾ? ਟੂ ਸਪੋਰਟ ਐਂਡ ਸਿੰਪਲੀਫਾਈ ਗਵਰਨੈਂਸ ਫॉर ਦਾ ਗਵਰਨਮੈਂਟ। ਕਿ ਜਿਹੜੀ ਬੜੇ ਸੌਖੇ ਤਰੀਕੇ ਦੇ ਨਾਲ ਗਵਰਨੈਂਸ ਕੀਤੀ ਜਾ ਸਕੇ। citizens and the business। e-governance has been introduced in recent time। e-governance ਜਿਹੜੀ ਹੈਗੀ ਆ ਹੁਣੇ ਆਈ ਹੈਗੀ ਹੈ, ਪਿਛਲੇ ਕੁਝ ਸਮਿਆਂ ਤੋਂ e-governance ਆਈ ਹੈ। e-governance ਹੁਣ ਹੈ ਕੀ ਚੀਜ਼? ਇਹ ਇੱਕ ਐਪਲੀਕੇਸ਼ਨ ਹੈਗੀ ਆ ਇਨਫੋਰਮੇਸ਼ਨ ਤੇ ਕਮਿਊਨੀਕੇਸ਼ਨ ਟੈਕਨੋਲੋਜੀ ਦੀ, ਜਿਸ ਦੇ ਵਿੱਚ ਇੰਟਰਨੈਟ ਵਰਤਿਆ ਜਾ ਰਿਹਾ ਮੇਨ ਜਿਹੜਾ ਪਾਰਟ ਹੈਗਾ, ਯਾਨੀ ਕਿ ਵੈਬ ਪੋਰਟਲਸ ਔਰ ਈਮੇਲਸ ਤੇ ਦੂਜੇ ਇਲੈਕਟ੍ਰੋਨਿਕ ਮਾਧਿਅਮ ਯਾਨੀ ਕਿ ਡਿਵਾਈਸ ਵਰਤੇ ਜਾ ਰਹੇ ਨੇ, ਮੋਬਾਈਲ ਫੋਨ, ਕੰਪਿਊਟਰ, ਟੈਬਲੇਟ। ਜੇ ਆਪਾਂ ਗੱਲ ਕਰੀਏ ਵੀ ਆਪਣੇ ਕੋਲ ਕੀ ਆ ਗਿਆ? ਇੱਕ ਵੈਬ ਪੋਰਟਲ ਆ ਗਏ, ਠੀਕ ਹੈ, ਤੇ ਇੱਕ ਹਾਰਡਵੇਅਰ ਡਿਵਾਈਸ ਆ ਗਿਆ ਯਾਨੀ ਕਿ ਕੋਈ ਕੰਪਿਊਟਰ ਆ ਗਿਆ ਹੈਗਾ। ਤੇ ਇਹਨਾਂ ਦੋਹਾਂ ਦੀ ਮਦਦ ਦੇ ਨਾਲ ਸਰਵਿਸਿਜ਼ ਤੇ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਜਿਹੜੀਆਂ ਗਵਰਨਮੈਂਟ ਦੁਆਰਾ ਦਿੱਤੀਆਂ ਜਾਂਦੀਆਂ ਨੇ ਆਮ ਸਿਟੀਜ਼ਨ ਨੂੰ, ਲੇਕਿਨ ਟਰਾਂਸਪੇਰੈਂਟ, ਸਪੀਡੀ ਤੇ ਕਾਸਟ ਇਫੈਕਟਿਵ ਤਰੀਕੇ ਦੇ ਨਾਲ। ਇਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ। ਵੀ ਫੋਰ ਐਗਜ਼ਾਮਪਲ ਰੀਸੈਂਟ ਟਾਈਮ ਦੇ ਵਿੱਚ ਅਗਰ ਤੁਸੀਂ ਲਾਇਸੈਂਸ, ਡਰਾਈਵਿੰਗ ਲਾਇਸੈਂਸ ਜਿਹੜਾ ਹੈਗਾ ਉਹ ਅਪਲਾਈ ਕਰਨਾ ਹੈਗਾ, ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਆਨਲਾਈਨ ਅਪਲਾਈ ਹੋਣਾ, ਠੀਕ ਹੈ। ਉਹ ਜਦ ਆਨਲਾਈਨ ਅਪਲਾਈ ਹੋਣਾ ਤਾਂ ਇਮੀਡੀਏਟ ਅਪਲਾਈ ਹੋ ਜਾਣਾ, ਕਿ ਤੁਹਾਨੂੰ ਜਾ ਕੇ ਉੱਥੇ ਲਾਈਨ 'ਚ ਖੜ ਕੇ ਪਹਿਲਾਂ ਫਾਰਮ ਲੈ ਕੇ, ਠੀਕ ਹੈ, ਪਹਿਲਾਂ ਫਾਰਮ ਲੈਂਦੇ ਸੀਗੇ ਤੇ ਫਾਰਮ ਲੈ ਕੇ ਫਿਰ ਉਹਨੂੰ ਭਰਦੇ ਸੀ, ਫਿਰ ਲਾਈਨ 'ਚ ਖੜੇ ਹੋ ਕੇ ਉਹਨੂੰ ਜਮ੍ਹਾਂ ਕਰਾਉਂਦੇ ਸੀ, ਫਿਰ ਕਿਤੇ ਜਾ ਕੇ ਤੁਹਾਡਾ ਨੰਬਰ ਆਉਂਦਾ ਸੀ। ਉਹਦੇ ਵਿੱਚ 1 ਜਾਂ 2 ਦਿਨ ਖਰਾਬ ਹੋ ਜਾਂਦੇ ਸੀਗੇ। ਲੇਕਿਨ ਉਹਦੇ ਕੀ ਆ, ਤੁਸੀਂ ਨੇ ਵੈਬਸਾਈਟ ਖੋਲੀ, ਠੀਕ ਹੈ, ਵੈਬਸਾਈਟ ਦੇ ਵਿੱਚ ਤੁਸੀਂ ਨੇ ਲੌਗਇਨ ਕੀਤਾ, ਉਹਨੂੰ ਅਪਲਾਈ ਕਰਤਾ, ਵਿਦਇਨ ਮਿੰਟਸ ਉਹਨੇ ਅਪਲਾਈ ਹੋ ਜਾਣਾ ਤੇ ਤੁਹਾਡੇ ਕੋਲੇ ਨੰਬਰ ਆ ਜਾਣਾ ਹੈਗਾ। ਫੀਸ ਵੀ ਆਨਲਾਈਨ ਭਰੀ ਜਾਣੀ ਹੈ। ਸੋ ਇਹ ਕੀ ਹੋ ਗਿਆ? ਸਪੀਡੀ ਤੇ ਕਾਸਟ ਇਫੈਕਟਿਵ ਵੇ ਹੋ ਗਿਆ। ਰੀਜ਼ਨ ਕੀ ਸੀਗਾ? ਵੀ ਤੁਸੀਂ ਜੇ 2 ਦਿਨ ਸਿਰਫ ਅਪਲਾਈ ਕਰਨ ਨੂੰ ਲਾ ਰਹੇ ਹੋ ਤਾਂ 2 ਦਿਨ ਦਾ ਜਿਹੜਾ ਕੰਮ ਰੁਕ ਰਿਹਾ ਉਹ ਵੀ ਤਾਂ ਇੱਕ ਕਾਸਟ ਉਹਦੇ ਨਾਲ ਹੀ ਅਟੈਚ ਹੁੰਦੀ ਹੈ। ਵੀ ਸਪੋਜ਼ ਕਰੋ ਕੋਈ ਬੰਦਾ ਦਿਹਾੜੀ ਕਰਦਾ ਤੇ ਉਹਦੀ ਜਿਹੜੀ ਦਿਹਾੜੀ ਦਾ ਹੈਗਾ 500 ਰੁਪਈਆ, ਜੇ 2 ਦਿਨ ਉਹਨੇ ਅਪਲਾਈ ਕਰਨ ਨੂੰ ਲਾ ਦਿੱਤਾ 1000 ਰੁਪਈਆ ਹੋ ਗਿਆ, ਮੰਨ ਲਓ। ਲੇਕਿਨ ਜੇ ਇਹੀ ਕੰਮ ਈ ਗਵਰਨੈਂਸ ਦੇ ਦੁਆਰਾ ਕਰ ਰਹੇ ਆ ਤਾਂ ਉਹਨੂੰ ਸਿਰਫ 5 ਮਿੰਟ ਲੱਗਣੇ ਨੇ, ਉਹਦਾ 1000 ਰੁਪਈਆ ਬਚ ਗਿਆ ਤੇ ਕੰਮ ਕੀ ਹੋ ਗਿਆ? ਫਾਸਟ ਹੋ ਗਿਆ। ਇੱਥੇ 2 ਦਿਨਾਂ 'ਚ ਅਪਲਾਈ ਹੋਣਾ ਸੀਗਾ ਤੇ ਇੱਥੇ ਉਹ ਸਿਰਫ 5 ਮਿੰਟ ਦੇ ਵਿੱਚ ਅਪਲਾਈ ਹੋ ਗਿਆ, ਠੀਕ ਹੈ। ਤੇ ਤੁਸੀਂ ਆਪ ਭਰ ਰਹੇ ਹੋ, ਪੂਰਾ ਦਾ ਪੂਰਾ ਟਰਾਂਸਪੇਰੈਂਟ ਤਰੀਕੇ ਨਾਲ ਹੋ ਗਿਆ। ਜੇ ਤੁਸੀਂ ਅੱਜ ਦੀ ਗੱਲ ਕਰਦੇ ਹੋ ਤਾਂ ਜਿਹੜਾ ਹਰ ਇੱਕ ਕੰਮ ਹੈਗਾ ਉਹ ਆਨਲਾਈਨ ਹੋ ਰਿਹਾ, ਚਾਹੇ ਉਹ ਗਵਰਨਮੈਂਟ ਹੈ, ਚਾਹੇ ਉਹ ਨਾਨ ਗਵਰਨਮੈਂਟ ਹੈਗੀ ਆ। ਤੇ ਜਿਹੜੀਆਂ ਫੈਸਿਲਿਟੀਜ਼ ਤੇ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਮਤਲਬ ਗਵਰਨਮੈਂਟ ਦੁਆਰਾ ਸਿਟੀਜ਼ਨ ਨੂੰ, ਉਹ ਸਾਰੀਆਂ ਆਨਲਾਈਨ
ਪ੍ਰੋਵਾਈਡ ਕੀਤੀਆਂ ਜਾ ਰਹੀਆਂ ਤੇ ਪੇਮੈਂਟ ਵੀ ਉਹਦੀ ਆਨਲਾਈਨ ਹੀ ਹੋ ਰਹੀ ਹੈਗੀ ਆ। ਤਾਂ ਫਸਟ ਦੇ ਵਿੱਚ ਸਾਡੇ ਕੋਲ ਕੀ ਆ ਗਿਆ, ਪਹਿਲੇ ਦੇ ਵਿੱਚ ਈ ਗਵਰਨੈਂਸ ਦੇ ਵਿੱਚ ਫਸਟ ਆ ਗਿਆ ਜੀ ਗਵਰਨਮੈਂਟ ਟੂ ਗਵਰਨਮੈਂਟ। ਗਵਰਨਮੈਂਟ ਟੂ ਗਵਰਨਮੈਂਟ ਆਪਣੇ ਕੋਲੇ ਇੰਡੀਆ ਦੇ ਵਿੱਚ ਦੋ ਨੇ, ਇੱਕ ਹੋ ਗਈ ਸਾਡੇ ਕੋਲੇ ਸੈਂਟਰਲ ਗਵਰਨਮੈਂਟ, ਠੀਕ ਹੈ, ਦੂਜੀ ਹੋ ਗਈ ਸਟੇਟ ਗਵਰਨਮੈਂਟ। ਜਦੋਂ ਸੈਂਟਰ ਗਵਰਨਮੈਂਟ ਨੇ ਤੇ ਸਟੇਟ ਗਵਰਨਮੈਂਟ ਨੇ ਆਪਸ ਦੇ ਵਿੱਚ ਕੋਈ ਕਮਿਊਨੀਕੇਟ ਕਰਨਾ, ਕੋਈ ਡਾਟਾ ਸ਼ੇਅਰ ਕਰਨਾ ਹੈਗਾ, ਤੇ ਡਾਟਾ ਤੇ ਇਨਫੋਰਮੇਸ਼ਨ ਜਿਹੜੀ ਹੈਗੀ ਆ ਸ਼ੇਅਰ ਕਰਨੀ ਆ ਆਪਸ ਦੇ ਵਿੱਚ, ਉਸ ਟਾਈਪ ਦੀ ਜਿਹੜੀ ਗਵਰਨੈਂਸ ਨੂੰ ਕੀ ਕਹਿੰਦੇ ਆਪਾਂ, G2G ਈ ਗਵਰਨੈਂਸ। ਇਹ ਆ ਗਈ ਸਾਡੇ ਕੋਲੇ G2G ਈ ਗਵਰਨੈਂਸ। ਇਹ ਹੋ ਗਈ ਪਹਿਲੀ। ਸੈਕੰਡ G2C ਗਵਰਨਮੈਂਟ ਟੂ ਸਿਟੀਜ਼ਨ, ਠੀਕ ਹੈ। ਜਦੋਂ ਚਾਹੇ ਉਹ ਸਟੇਟ ਗਵਰਨਮੈਂਟ ਆ ਚਾਹੇ ਉਹ ਸੈਂਟਰ ਗਵਰਨਮੈਂਟ ਆ, ਕੋਈ ਵੀ ਗਵਰਨਮੈਂਟ ਅਗਰ ਸਿਟੀਜ਼ਨ ਨੂੰ ਕੋਈ ਸਰਵਿਸਿਜ਼ ਪ੍ਰੋਵਾਈਡ ਕਰ ਰਹੀ ਹੈ, ਠੀਕ ਹੈ, ਤਾਂ ਉਹ ਕੀ ਹੋਗੀ, G2C। ਇਹ ਆ ਗਿਆ ਗਵਰਨਮੈਂਟ ਪ੍ਰੋਵਾਈਡਸ ਸਰਵਿਸ ਐਂਡ ਫੈਸਿਲਿਟੀਜ਼ ਟੂ ਦਾ ਸਿਟੀਜ਼ਨ, ਦਿਸ ਵਨ, ਠੀਕ ਹੈ। ਇਹਦੇ ਵਿੱਚ ਕਿਹੜੀ ਐਗਜ਼ਾਮਪਲਸ ਆ ਗਈਆਂ, ਸਭ ਤੋਂ ਪਹਿਲਾਂ ਜਿਵੇਂ ਆਧਾਰ ਕਾਰਡ ਹੋ ਗਿਆ, ਇਹ ਤੁਸੀਂ ਅਪਲਾਈ ਕਰ ਰਹੇ ਹੋ, ਪੈਨ ਕਾਰਡ ਹੋ ਗਿਆ, ਠੀਕ ਹੈ। ਇਹ ਜਿਹੜੀਆਂ ਮੇਨ ਕਾਮਨ ਸਰਵਿਸਿਜ਼ ਨੇ ਇਹਨਾਂ ਤੁਸੀਂ ਆਨਲਾਈਨ ਪ੍ਰੋਵਾਈਡ ਕਰ ਰਹੇ ਹੋ, ਇਹ ਕੀ ਹੋ ਗਿਆ, G2C ਹੋ ਗਿਆ। ਇਸ ਤਰੀਕੇ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਰਵਿਸਿਜ਼ ਤੁਸੀਂ ਡੇਲੀ ਬੇਸ ਦੇ ਉੱਤੇ ਜਿਹੜੀਆਂ ਗਵਰਨਮੈਂਟ ਤੋਂ ਲੈਣੇ ਹੈਗੀਆਂ। ਗਵਰਨਮੈਂਟ ਪ੍ਰੋਵਾਈਡ ਦੋਜ਼ ਸਰਵਿਸਿਜ਼ ਵਿਚ ਇਜ਼ ਡਾਇਰੈਕਟਲੀ ਰਿਲੇਟਡ ਟੂ ਦਾ ਪਬਲਿਕ। ਨੈਕਸਟ ਆ ਗਿਆ ਜੀ ਗਵਰਨਮੈਂਟ ਟੂ ਬਿਜ਼ਨਸ ਦੀ ਗੱਲ ਕਰੀਏ, ਗਵਰਨਮੈਂਟ ਟੂ ਬਿਜ਼ਨਸ। ਹੁਣ ਬਿਜ਼ਨਸਮੈਨ ਹੈ, ਕੋਈ ਕੰਪਨੀ ਹੈ, ਠੀਕ ਹੈ, ਜਾਂ ਜਿਹੜੇ ਵਪਾਰੀ ਨੇ, ਜਦੋਂ ਉਹਨਾਂ ਨੇ ਸਰਵਿਸਿਜ਼ ਲੈਣੀਆਂ ਨੇ ਗਵਰਨਮੈਂਟ ਤੋਂ, ਤਾਂ ਉਹਨੂੰ ਕੀ ਕਹਿੰਦੇ ਆਪਾਂ, ਗਵਰਨਮੈਂਟ ਟੂ ਬਿਜ਼ਨਸ। G2B ਦੇ ਵਿੱਚ ਕੌਣ ਹੈ, ਗਵਰਨਮੈਂਟ ਹੈ ਤੇ ਬਿਜ਼ਨਸ ਆਰਗੇਨਾਈਜੇਸ਼ਨ ਨੇ ਜਿਹੜੀਆਂ ਆਪਸ ਦੇ ਵਿੱਚ ਕਮਿਊਨੀਕੇਟ ਕਰ ਰਹੀਆਂ। ਨੈਕਸਟ ਸਾਡੇ ਕੋਲੇ ਆ ਗਿਆ ਜੀ ਗਵਰਨਮੈਂਟ ਟੂ EMPLOYE। ਗਵਰਨਮੈਂਟ ਟੂ EMPLOYE ਦੇ ਵਿੱਚ ਕੀ ਹੈਗਾ ਸਾਡੇ ਕੋਲੇ, ਗਵਰਨਮੈਂਟ ਇਨਕਲੂਡਡ ਹੋ ਗਈ, ਗਵਰਨਮੈਂਟ ਤਾਂ ਇਨਕਲੂਡ ਹੋਣੀ ਹੈ, ਨਾਲ EMPLOYE ਆ ਗਏ, ਤੇ EMPLOYE ਦੀ ਕੰਡੀਸ਼ਨ ਨੂੰ ਇੰਪਰੂਵ ਕਰਨ ਦੇ ਲਈ, ਠੀਕ ਹੈ, ਜਿਹੜੀਆਂ ਸਰਵਿਸਿਜ਼ ਆਨਲਾਈਨ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ, G2E। G2E ਐਗਜ਼ਾਮਪਲ ਦੇ ਵਿੱਚ ਸਾਡੇ ਕੋਲੇ ਜਿੱਦਾਂ ਕਿ ਸੈਲਰੀ ਬਿੱਲ ਆ ਗਏ EMPLOYE ਦੇ, ਉਹਨਾਂ ਦਾ ਸਰਵਿਸ ਰਿਕਾਰਡ ਆ ਗਿਆ, ਡਿਪਾਰਟਮੈਂਟਲ ਟਰਾਂਸਫਰਸ ਆ ਗਈਆਂ, ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹ G2E ਦੇ ਵਿੱਚ ਹੁੰਦੀਆਂ ਨੇ। ਤੇ ਇਹਦੇ ਵਿੱਚ ਐਗਜ਼ਾਮਪਲ ਕਿਹੜੀਆਂ ਨੇ, ਜਿਹੜੀਆਂ ਵੈਬਸਾਈਟ ਮੇਨਟੇਨ ਕਰ ਰਹੀਆਂ ਨੇ ਇਹ IHRMS ਤੇ EHRMS, ਦੋ ਮੇਨ ਵੈਬਸਾਈਟਸ ਨੇ ਜਿਹੜੀਆਂ ਗਵਰਨਮੈਂਟ ਦੁਆਰਾ ਚਲਾਈਆਂ ਜਾ ਰਹੀਆਂ ਨੇ EMPLOYE ਨੂੰ ਸਰਵਿਸ ਦੇਣ ਦੇ ਲਈ। ਉਸ ਤੋਂ ਬਾਅਦ ਜਿਹੜੀ ਫਿਫਥ ਸਾਡੇ ਕੋਲ ਲਾਸਟ ਆ ਗਈ, ਉਹ ਆ ਗਈ G2N, ਯਾਨੀ ਕਿ ਗਵਰਨਮੈਂਟ ਟੂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ। ਜਿਹੜੀਆਂ ਰਜਿਸਟ੍ਰੇਸ਼ਨ ਹੋ ਗਈ NGO ਦੀ, ਠੀਕ ਹੈ, ਸੁਸਾਇਟੀ ਦੀ ਰਜਿਸਟ੍ਰੇਸ਼ਨ ਹੋ ਗਈ, ਉਹ ਸਾਰੀਆਂ ਇਸੇ ਦੇ ਅੰਡਰ ਆਉਂਦੀਆਂ ਨੇ। ਤੇ ਇਹਦਾ ਮੇਨ ਕੰਮ ਕੀ ਹੈਗਾ, ਗਵਰਨਮੈਂਟ ਤੇ ਪੋਲੀਟੀਕਲ ਪਾਰਟੀਜ਼ ਔਰ NGOs ਨੂੰ ਕਮਿਊਨੀਕੇਸ਼ਨ ਦੇ ਵਿੱਚ ਰੱਖਣਾ, ਕਮਿਊਨੀਕੇਸ਼ਨ ਬਿਟਵੀਨ ਦਾ ਪੋਲੀਟੀਕਲ ਪਾਰਟੀਜ਼ ਔਰ NGOs। ਸੋ ਨੈਕਸਟ ਸਾਡੇ ਕੋਲੇ ਆ ਗਿਆ ਜੀ ਲੈਵਲ ਆਫ ਗਵਰਨੈਂਸ, ਕਿ ਕਿੰਨੇ ਲੈਵਲ ਦੇ ਉੱਤੇ ਜਿਹੜੀ ਇਹ ਕਿਹੜੇ ਲੈਵਲ ਦੇ ਉੱਤੇ ਜਿਹੜੀ ਗਵਰਨੈਂਸ ਇਹ ਦਿੱਤੀ ਜਾ ਰਹੀ ਹੈਗੀ ਆ। ਸੋ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲ ਆ ਗਿਆ ਨੈਸ਼ਨਲ ਲੈਵਲ। ਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ, ਸੋ ਸਭ ਤੋਂ ਪਹਿਲਾਂ ਸਰਵਿਸਿਜ਼ ਕਿਹੜੀ ਆ ਗਈ, ਪਾਸਪੋਰਟ ਸਰਵਿਸਿਜ਼, ਆਧਾਰ ਕਾਰਡ, ਠੀਕ ਹੈ, ਪੈਨ ਕਾਰਡ ਵੀ ਨੈਸ਼ਨਲ ਲੈਵਲ ਦੇ ਉੱਤੇ ਹੈ, ਇਨਕਮ ਟੈਕਸ ਸਰਵਿਸਿਜ਼ ਕਿ ਤੁਸੀਂ ਨੇ ਰਿਟਰਨ ਫਾਈਲ ਕਰਨੀ ਹੈ, ਤੇ ਉਸ ਤੋਂ ਬਾਅਦ LIC, ਇਹ ਵੀ ਨੈਸ਼ਨਲ ਲੈਵਲ ਦੇ ਆ। ਪੋਸਟ ਸਰਵਿਸਿਜ਼, ਜਿਹੜੀਆਂ ਪੋਸਟ ਆਫਿਸ ਦੀਆਂ ਸਰਵਿਸਿਜ਼ ਨੇ, ਜਿੱਦਾਂ ਕਿ ਸਪੀਡ ਪੋਸਟ ਹੋ ਗਿਆ, ਠੀਕ ਹੈ, ਹੋਰ ਬਹੁਤ ਸਾਰੀਆਂ ਸਰਵਿਸ ਜਿਹੜੀਆਂ ਪੋਸਟ ਆਫਿਸ ਤੋਂ ਮਿਲ ਰਹੀਆਂ ਨੇ। ਰੇਲਵੇ ਟਿਕਟ ਤੇ 에ਅਰ ਟਿਕਟ ਨੂੰ ਬੁੱਕ ਕਰਨਾ, ਵੋਟਰ ਕਾਰਡ ਸਰਵਿਸਿਜ਼, ਇਹ ਸਾਰੀਆਂ 8 ਸਰਵਿਸਿਜ਼ ਨੇ, 8 ਦੀਆਂ 8 ਸਾਨੂੰ ਕਿੱਥੋਂ ਮਿਲ ਰਹੀਆਂ ਨੇ, ਨੈਸ਼ਨਲ ਲੈਵਲ ਤੋਂ। ਦੈਨ ਆ ਗਿਆ ਜੀ ਡੋਮੈਸਟਿਕ ਔਰ ਸਟੇਟ ਸਰਵਿਸਿਜ਼, ਜਿਹੜੀਆਂ ਸਟੇਟ ਗਵਰਨਮੈਂਟ ਦੇ ਰਹੀ ਹੈਗੀ ਆ ਸਰਵਿਸਿਜ਼। ਸੋ ਸਟੇਟ ਗਵਰਨਮੈਂਟ ਦੇ ਵਿੱਚ ਸਾਡੇ ਕੋਲੇ ਪ੍ਰੋਵਾਈਡਡ ਬਾਈ ਦਾ ਸਟੇਟ ਗਵਰਨਮੈਂਟ ਜਾਂ ਉਸ ਦੇ ਡਿਪਾਰਟਮੈਂਟ ਦੁਆਰਾ ਜਿਹੜੀਆਂ ਸਰਵਿਸ ਦਿੱਤੀਆਂ ਜਾ ਰਹੀਆਂ ਨੇ। ਤੇ ਸਭ ਤੋਂ ਪਹਿਲਾਂ ਤਾਂ ਆ ਗਿਆ ਬਰਥ ਔਰ ਡੈਥ ਸਰਟੀਫਿਕੇਟਸ, ਇਹਨਾਂ ਦੀ ਰਜਿਸਟ੍ਰੇਸ਼ਨ, ਕਾਸਟ ਸਰਟੀਫਿਕੇਟ, ਠੀਕ ਹੈ, ਇਨਕਮ ਸਰਟੀਫਿਕੇਟ,
ਜਿਹੜੀਆਂ ਵਹੀਕਲਸ ਨੇ ਉਹਨਾਂ ਦੀ ਰਜਿਸਟ੍ਰੇਸ਼ਨ, ਠੀਕ ਹੈ। ਕੋਈ ਕੰਪਲੇਂਟ ਹੈਗੀ ਹੈ ਗੌਰਮੈਂਟ ਦੇ ਨੂੰ ਕਰਨੀ ਹੈਗੀ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ, ਕੋਈ ਡਾਟਾ ਵੈਰੀਫਾਈ ਕਰਾਉਣਾ, ਠੀਕ ਹੈ, ਟਰਾਂਸਫਰ ਲਈ ਅਪਲਾਈ ਕਰਨਾ, ਤੇ ਸਬਮਿਸ਼ਨ ਆਫ ਐਪਲੀਕੇਸ਼ਨ, ਕੋਈ ਹੋਰ ਐਪਲੀਕੇਸ਼ਨ ਸਬਮਿਟ ਕਰਨੀ, ਠੀਕ ਹੈ, ਖਜ਼ਾਨੇ ਨੂੰ ਬਿੱਲ ਭੇਜਣੇ, ਕੋਈ ਲੈਂਡ ਰਿਕਾਰਡ, ਮੇਨ ਇੰਪੋਰਟੈਂਟ ਲੈਂਡ ਰਿਕਾਰਡ ਸੁਸਾਇਟੀ ਸਾਡੀ ਬਣੀ ਹੋਈ ਹੈ, ਉਹਦੇ ਉੱਤੇ ਤੁਸੀਂ ਆਪਣੇ ਜਿਹੜੇ ਅਗਰ ਕੋਈ ਜ਼ਮੀਨ ਜਾਇਦਾਦ ਹੈਗੀ ਆ ਉਹਦਾ ਜਿਹੜੇ ਰਿਕਾਰਡ ਹੈਗੇ ਨੇ ਉਹ ਔਨਲਾਈਨ ਵੀ ਤੁਸੀਂ ਵਾਚ ਕਰ ਸਕਦੇ, ਬਹੁਤ ਵਧੀਆ ਸਰਵਿਸਿਜ਼ ਹੈਗੀ ਹੈ। ਡਰਾਈਵਿੰਗ ਲਾਇਸੈਂਸ, ਠੀਕ ਹੈ, ਇਹ ਅਪਲਾਈ ਤੁਹਾਡੇ ਕੋਲੇ ਪਰਿਵਾਹਨ ਦੇ ਉੱਤੇ ਹੋਊਗਾ, ਠੀਕ ਹੈ, ਲੇਕਿਨ ਜਾਊਗਾ ਸਟੇਟ ਦੇ ਕੋਲੇ, ਤਾਂ ਸਟੇਟ ਇਹ ਮੇਨਟੇਨ ਕਰ ਰਿਹਾ। ਸੋ ਡਰਾਈਵਿੰਗ ਲਾਇਸੈਂਸ ਨੂੰ ਅਪਲਾਈ ਕਰਨਾ ਇਹ ਵੀ ਸਟੇਟ ਦੇ ਅੰਡਰ ਹੈ ਜੀ। ਉਸ ਤੋਂ ਬਾਅਦ ਆ ਗਿਆ ਇੰਟਰਨੈਸ਼ਨਲ ਲੈਵਲ। ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਹੋ ਰਹੀਆਂ ਨੇ, ਠੀਕ ਹੈ। ਆਨਲਾਈਨ ਸਰਵਿਸਿਜ਼ ਆਫ ਥੀਸ ਲੈਵਲਸ ਆਰ ਪ੍ਰੋਵਾਈਡਡ ਬਾਈ ਸੈਂਟਰਲ ਔਰ ਸਟੇਟ ਗਵਰਨਮੈਂਟ। ਇਹ ਸਟੇਟ ਵੀ ਅਪਲਾਈ ਸਰਵਿਸਿਜ਼ ਦੇ ਸਕਦੀ ਹੈ ਔਰ ਸੈਂਟਰਲ ਗਵਰਨਮੈਂਟ ਵੀ ਸਰਵਿਸਿਜ਼ ਦੇ ਸਕਦੀ ਹੈ। ਲੇਕਿਨ these are controlled by government with the help of international organization, ਕਿ ਲੇਕਿਨ ਇਹਨਾਂ ਦਾ ਕੰਟਰੋਲ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕਰਦੀਆਂ ਨੇ। ਫੋਰ ਐਗਜ਼ਾਮਪਲ ਬੁਕਿੰਗ ਆਫ ਇੰਟਰਨੈਸ਼ਨਲ 에ਅਰ ਟਿਕਟਸ, ਕੋਈ ਵੀਜ਼ਾ ਅਪਲਾਈ ਕਰਨਾ, ਕੋਈ ਐਕਸਪੋਰਟ ਸਰਵਿਸਿਜ਼ ਅਪਲਾਈ ਕਰਨੀਆਂ ਨੇ, ਠੀਕ ਹੈ, ਐਕਸਪੋਰਟ ਰਿਲੇਟਡ ਸਰਵਿਸਿਜ਼ ਨੇ, ਇਹ ਸਾਰੀਆਂ ਸਾਡੇ ਕੋਲ ਕੀ ਆ ਗਿਆ ਜੀ, ਇੰਟਰਨੈਸ਼ਨਲ ਲੈਵਲ ਦੇ ਉੱਤੇ ਸਰਵਿਸਿਜ਼ ਆ ਗਈਆਂ। ਸੋ ਕੁਐਸਚਨ ਅਗਰ ਆ ਗਿਆ ਕਿ ਕਿੰਨੇ ਲੈਵਲ ਦੀਆਂ ਸਰਵਿਸਿਜ਼ ਹੁੰਦੀਆਂ ਨੇ, ਤਾਂ ਸਾਡੇ ਕੋਲ ਆਨਸਰ ਆਊਗਾ 3 ਲੈਵਲ ਦੀਆਂ ਸਰਵਿਸਿਜ਼। ਸੋ ਨੈਕਸਟ ਸਾਡੇ ਕੋਲ ਆ ਗਿਆ ਕਿ ਜਿਹੜੇ ਬੈਨੀਫਿਟ ਤੇ ਡਰਾਬੈਕਸ ਕੀਜ਼ ਨੇ ਈ ਗਵਰਨੈਂਸ ਦੇ। ਸਭ ਤੋਂ ਪਹਿਲਾਂ ਤਾਂ ਅਸੀਂ ਬੈਨੀਫਿਟ ਦੇਖਦੇ ਹਾਂ। ਤਾਂ ਬੈਨੀਫਿਟ ਦੇ ਵਿੱਚ ਸਾਡੇ ਕੋਲੇ ਸਭ ਤੋਂ ਪਹਿਲਾ ਬੈਨੀਫਿਟ ਕੀ ਹੋਇਆ, ਸਾਡੇ ਕੋਲੇ ਕਿ ਈਜ਼ੀ ਟੂ ਐਕਸੈਸ, ਬੜੇ ਸੌਖੇ ਤਰੀਕੇ ਨਾਲ ਜਿਹੜੀ ਹੈਗੇ ਨੇ ਇਹ ਈ ਗਵਰਨੈਂਸ ਹਰ ਇੱਕ ਸਿਟੀਜ਼ਨ ਤੱਕ, ਹਰ ਇੱਕ NGO ਤੱਕ ਇਹ ਪਹੁੰਚ ਸਕਦੀਆਂ ਨੇ। ਉਹਦਾ ਰੀਜ਼ਨ ਕੀ ਹੋਇਆ, ਕਿਉਂਕਿ ਇਹ ਸਾਰੀਆਂ ਆਨਲਾਈਨ ਸਰਵਿਸਿਜ਼ ਨੇ, ਠੀਕ ਹੈ। ਹੁਣ ਕੁਐਸਚਨ ਇਹ ਆ ਗਿਆ ਕਿ ਜਿਹਨਾਂ ਕੋਲੇ ਆਨਲਾਈਨ ਸਰਵਿਸਿਜ਼ ਐਕਸੈਸ ਕਰਨ ਦੀ ਨੌਲੇਜ ਨਹੀਂ ਹੈ, ਜਾਂ ਕੁਝ ਬੰਦੇ ਪੜ੍ਹੇ ਲਿਖੇ ਨਹੀਂ ਹੈਗੇ, ਤਾਂ ਉਹਨਾਂ ਲਈ ਕੀ ਆ, ਉਹ ਆਪਣੇ ਜਿਹੜੇ ਸੇਵਾ ਕੇਂਦਰ ਨੇ ਜਾਂ ਸੁਵਿਧਾ ਕੇਂਦਰ ਨੇ ਉੱਥੋਂ ਜਾ ਕੇ ਇਹ ਸਰਵਿਸਿਜ਼ ਲੈ ਸਕਦੇ ਹੈਗੇ ਨੇ। ਇਹ ਵੀ ਗੌਰਮੈਂਟ ਦੁਆਰਾ ਹੀ ਖੋਲ੍ਹੇ ਹੋਏ ਨੇ, ਤੇ ਆਨਲਾਈਨ ਹੋਣ ਕਰਕੇ ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਸੁਵਿਧਾ ਕੇਂਦਰ ਜਾਂ ਸੇਵਾ ਕੇਂਦਰ ਦੇ ਵਿੱਚ ਜਾਣਾ, ਤੁਸੀਂ ਆਪਣੇ ਘਰੋਂ ਬੈਠੇ ਵੀ ਇਹਨਾਂ ਨੂੰ ਐਕਸੈਸ ਕਰ ਸਕਦੇ ਹੈਗੇ ਹੋ। ਸੋ ਇਹ ਚੀਜ਼ਾਂ ਮੇਨ ਹੋ ਗਿਆ, ਇਹ ਰੀਜ਼ਨ ਮੇਨ ਹੋ ਗਏ ਕਿ ਇਹ ਈਜ਼ੀ ਟੂ ਐਕਸੈਸ ਨੇ। ਜੇ ਪੜ੍ਹੇ ਲਿਖੇ ਹੋ ਤਾਂ ਘਰ ਬੈਠ ਕੇ ਤੁਸੀਂ ਸਰਵਿਸਿਜ਼ ਲੈ ਸਕਦੇ ਹੋ, ਠੀਕ ਹੈ। ਜੇ ਇੰਨੇ ਪੜ੍ਹੇ ਲਿਖੇ ਨਹੀਂ ਹੈ ਜਾਂ ਕੰਪਿਊਟਰ ਨਹੀਂ ਆਉਂਦਾ ਹੈਗਾ, ਤਾਂ ਤੁਸੀਂ ਸੇਵਾ ਕੇਂਦਰ ਜਾਂ ਸੁਵਿਧਾ ਕੇਂਦਰ ਦੇ ਵਿੱਚ ਜਾ ਸਕਦੇ ਹੈਗੇ, ਠੀਕ ਹੈ। ਇਹਦੀਆਂ ਉਦਾਹਰਨਾਂ ਕਿਹੜੀਆਂ ਦਿੱਤੀਆਂ ਹੋਈਆਂ ਨੇ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਜਿਹੜੇ ਹੈਗੇ ਨੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਬੈਨੀਫਿਟ ਕੀ ਆ, ਕਲੋਜ਼ ਰਿਲੇਸ਼ਨਸ਼ਿਪ, ਕਿਉਂਕਿ ਸਰਵਿਸਿਜ਼ ਦੇ ਰਹੀ ਹੈ ਗੌਰਮੈਂਟ, ਠੀਕ ਹੈ, ਬੜੇ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਘੱਟ ਕੋਸਟ ਦੇ ਉੱਤੇ, ਤਾਂ ਮਤਲਬ ਇੱਕ ਸਿਟੀਜ਼ਨ ਦਾ ਵਿਸ਼ਵਾਸ ਬਣ ਜਾਂਦਾ ਗੌਰਮੈਂਟ ਦੇ ਉੱਤੇ, ਯਾਨੀ ਕਿ ਗੌਰਮੈਂਟ ਤੇ ਸਿਟੀਜ਼ਨ ਦੇ ਵਿੱਚ ਇੱਕ ਰਿਲੇਸ਼ਨਸ਼ਿਪ ਜਿਹੜਾ ਸੀਗਾ ਉਹ ਡਿਵੈਲਪ ਹੋ ਗਿਆ। ਤੇ ਗੌਰਮੈਂਟ ਲਈ ਵੀ ਸੌਖਾ ਹੈਗਾ ਕਿ ਇਹਨਾਂ ਸਰਵਿਸਿਜ਼ ਨੂੰ ਹਰ ਇੱਕ ਕਾਮਨ ਸਿਟੀਜ਼ਨ ਤੱਕ ਪਹੁੰਚਾਉਣਾ। ਮੈਂ ਪਹਿਲਾਂ ਦੱਸ ਚੁੱਕਿਆ ਵੀ ਸਭ ਤੋਂ ਪਹਿਲਾਂ ਕੀ ਆ ਗਿਆ ਸਾਡੇ ਕੋਲ, ਟਾਈਮ ਸੇਵਿੰਗ, ਕਿ ਆਨਲਾਈਨ ਹੈ, ਇਸ ਗੱਲ ਕਰਕੇ ਸਾਡੇ ਕੋਲ ਜਿਹੜਾ ਹੈਗਾ ਆਲ ਵਰਕ ਆਫ ਦਾ ਗੌਰਮੈਂਟ ਆਰ ਬੀਇੰਗ ਡਨ ਇਨ ਈਜ਼ੀ ਐਂਡ ਫਾਸਟ ਵੇ, ਠੀਕ ਹੈ। ਸੋ ਟਾਈਮ ਸੇਵਿੰਗ ਹੈਗਾ, ਜਿਹੜੀ ਹੈਗੀ ਆ ਪੈਸਾ ਬਚ ਰਿਹਾ, ਠੀਕ ਹੈ, ਪੈਸਾ ਬਚ ਰਿਹਾ ਆਮ ਸਿਟੀਜ਼ਨ ਦਾ ਵੀ, ਤੇ ਉਸ ਤੋਂ ਬਾਅਦ ਗੌਰਮੈਂਟ ਦਾ ਵੀ ਹੈਗਾ। ਟਰਾਂਸਪੇਰੈਂਸੀ ਹੈਗੀ ਆ, ਠੀਕ ਹੈ। ਆਨਲਾਈਨ ਹੋਣ ਕਰਕੇ ਗਵਰਨਮੈਂਟ ਹੈਜ਼ ਕ੍ਰੀਏਟਡ ਏ ਟਰਾਂਸਪੇਰੈਂਟ ਐਨਵਾਇਰਨਮੈਂਟ ਇਨ ਦਾ ਵਰਕਿੰਗ ਸਟਾਈਲ ਆਫ ਦਾ ਆਫਿਸਿਸ। ਉਹਦਾ ਟਰਾਂਸਪੇਰੈਂਸੀ ਦਾ ਮਤਲਬ ਕੀ ਹੋਇਆ ਵੀ ਜਿਹੜੇ ਸਿਟੀਜ਼ਨ ਆ, ਜਦੋਂ ਉਹ ਅਪਲਾਈ ਕਰ ਗਿਆ ਆਪਣੀ ਐਪਲੀਕੇਸ਼ਨ, ਕੋਈ ਵੀ ਐਪਲੀਕੇਸ਼ਨ ਅਪਲਾਈ ਕਰ ਗਿਆ, ਤਾਂ ਉਹਦਾ ਸਟੇਟਸ ਆ ਜਿਹੜਾ ਉਹ ਆਨਲਾਈਨ ਚੈੱਕ ਕਰ ਸਕਦਾ ਵੀ ਮੇਰੀ ਜਿਹੜੀ ਐਪਲੀਕੇਸ਼ਨ ਹੈਗੀ ਆ ਇਹ ਕਿੱਥੇ ਤੱਕ ਪਹੁੰਚੀ ਹੈਗੀ ਹੈ। ਰਿਸਪੌਂਸਿਬਿਲਟੀ, ਠੀਕ ਹੈ। ਡਿਊ ਟੂ ਦਾ ਟਰਾਂਸਪੇਰੈਂਸੀ ਇਨ ਆਨਲਾਈਨ ਗਵਰਨਮੈਂਟ ਵਰਕਿੰਗ ਸਿਸਟਮ, ਦਾ ਆਫਿਸਰ ਰਿਸਪੌਂਸਿਬਲ ਫॉर ਡਿਲੇ ਇਨ ਦਾ ਵਰਕ ਵਿਲ ਬੀ ਆਨਸਰੇਬਲ, ਕਿਉਂਕਿ ਜਿਹੜਾ ਸਟੇਟਸ ਹੈਗਾ ਆਨਲਾਈਨ ਚੈੱਕ ਹੋ ਰਿਹਾ ਤੇ ਉਹ ਟਾਈਮ ਬਾਉਂਡ ਹੈਗਾ, ਤਾਂ ਜਿਹੜਾ ਉਸਦੇ ਰਿਸਪੌਂਸਿਬਲ ਆਫਿਸਰ ਹੈਗਾ, ਇਹ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਆ ਉਸ ਐਪਲੀਕੇਸ਼ਨ ਨੂੰ ਅੱਗੇ ਪ੍ਰੋਸੈਸ ਕਰਨਾ ਵਿਦਿਨ ਟਾਈਮਲੀ,
ਸੋ ਉਹ ਆਨਸਰੇਬਲ ਹੈਗਾ, ਤਾਂ ਇਸ ਗੱਲ ਕਰਕੇ ਰਿਸਪੌਂਸਿਬਿਲਟੀ ਵੀ ਆਫਿਸਰ ਦੀ ਇੱਕ ਫਿਕਸ ਹੋਊਗੀ ਹੈਗੀ ਆ। ਨੈਕਸਟ ਆ ਗਿਆ ਜੀ ਲਿਮਿਟੇਸ਼ਨ ਆਫ ਈ ਗਵਰਨੈਂਸ। ਈ ਗਵਰਨੈਂਸ ਦੀ ਲਿਮਿਟੇਸ਼ਨ ਕੀ ਹੋਊਗੀ? ਕਹਿੰਦੇ ਵੀ ਨਾਟ ਐਵਰੀਵਨ ਕੈਨ ਯੂਜ਼ ਦਾ ਈ ਸਰਵਿਸਿਜ਼। ਬਿਲਕੁਲ ਠੀਕ ਹੈ ਕਿ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ, ਹਾਲ ਤੱਕ ਕੁਝ ਪੜ੍ਹੇ ਲਿਖੇ ਨਹੀਂ ਹੈਗੇ, ਉਹ ਇਹਨਾਂ ਸਰਵਿਸਿਜ਼ ਨੂੰ ਘਰ ਬਹਿ ਕੇ ਜਾਂ ਕੰਪਿਊਟਰ ਨਹੀਂ ਆਉਂਦਾ ਹੈਗਾ ਉੱਥੇ ਉਹ ਨਹੀਂ ਲੈ ਸਕਦੇ। ਲੇਕਿਨ ਉਹਦੇ ਲਈ ਗੌਰਮੈਂਟਸ ਨੇ ਅਲੱਗ ਤੋਂ ਸੁਵਿਧਾ ਕੇਂਦਰ, ਠੀਕ ਹੈ, ਜਾਂ ਸੇਵਾ ਕੇਂਦਰ ਬਣਾਏ ਹੋਏ ਨੇ, ਉੱਥੇ ਜਾ ਕੇ ਉਹ ਸਰਵਿਸਿਜ਼ ਲੈ ਸਕਦੇ ਹੈਗੇ ਨੇ। ਅਵੇਲੇਬਿਲਿਟੀ ਆਫ ਦਾ ਇੰਟਰਨੈਟ ਸਰਵਿਸਿਜ਼ ਰਿਕੁਆਇਰਡ। ਇਹਨਾਂ ਸਰਵਿਸਿਜ਼ ਦੇ ਲਈ ਇੰਟਰਨੈਟ ਦੀ ਫੈਸਿਲਿਟੀ ਹੋਣਾ ਮਸਟ ਹੈ ਜੀ, ਠੀਕ ਹੈ। ਲੈਕ ਆਫ ਨੌਲੇਜ ਐਂਡ ਅਵੇਅਰਨੈਸ। ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ ਜਾਂ ਜਿਹੜੇ ਪੜ੍ਹੇ ਲਿਖੇ ਨੇ ਲੇਕਿਨ ਉਹਨਾਂ ਨੂੰ ਇਹਦਾ ਬਾਰੇ ਜਾਣਕਾਰੀ ਨਹੀਂ ਹੈਗੀ, ਠੀਕ ਹੈ, ਉਹ ਵੀ ਇੱਕ ਕਾਰਨ ਹੈਗਾ, ਇਹਦੀ ਲਿਮਿਟੇਸ਼ਨ ਹੈਗੀ ਆ ਕਿ ਇਹਨਾਂ ਸਰਵਿਸਿਜ਼ ਨੂੰ ਉਹ ਪ੍ਰੋਪਰਲੀ ਯੂਜ਼ ਨਹੀਂ ਕਰ ਸਕਦੇ ਜਾਂ ਫਾਇਦਾ ਨਹੀਂ ਚੁੱਕ ਸਕਦੇ ਹੈਗੇ। ਉਸ ਤੋਂ ਬਾਅਦ ਆ ਗਿਆ ਕਿ ਸਟਾਰਟਅਪ ਕਾਸਟ, ਠੀਕ ਹੈ। ਈ ਗਵਰਨੈਂਸ ਦੀ ਜਿਹੜੀ ਇੱਕ ਹੈਗੀ ਵੀ ਕਾਸਟਲੀ ਕਿਉਂ ਆ? ਕਿਉਂਕਿ ਇਹਦੇ ਲਈ ਤੁਹਾਨੂੰ ਸਕਿਲਡ ਵਰਕਰ ਚਾਹੀਦੇ ਨੇ, ਸਕਿਲਡ ਵਰਕਰ, ਠੀਕ ਹੈ, ਜਿਨ੍ਹਾਂ ਨੂੰ ਇੰਟਰਨੈਟ ਆਉਂਦਾ ਹੋਵੇ ਜਾਂ ਕੰਪਿਊਟਰ ਯੂਜ਼ ਕਰਨਾ, ਜਿਨ੍ਹਾਂ ਨੂੰ ਕੰਪਿਊਟਰ ਯੂਜ਼ ਕਰਨਾ ਆਉਂਦਾ ਹੋਵੇ। ਨੰਬਰ 2 ਇੰਟਰਨੈਟ ਚਾਹੀਦਾ। ਨੰਬਰ 3 ਦੇ ਉੱਤੇ ਕੰਪਿਊਟਰ ਡਿਵਾਈਸਿਸ ਚਾਹੀਦੇ ਨੇ ਜਿਹੜੇ ਇਹਨਾਂ ਨੂੰ ਇਹ ਯੂਜ਼ ਕਰਕੇ ਇਹ ਸਰਵਿਸਿਜ਼ ਪ੍ਰੋਵਾਈਡ ਕਰ ਸਕਣ। ਸੋ ਇਹਨਾਂ ਦੀ ਜਿਹੜੀ ਸਟਾਰਟਅਪ ਕਾਸਟ ਆ ਬਹੁਤ ਜ਼ਿਆਦਾ ਹਾਈ ਹੋ ਜਾਂਦੀ ਹੈਗੀ ਆ। ਲਿਖਿਆ ਹੋਇਆ ਗੁੱਡ ਕੰਪਿਊਟਰ, ਇੰਟਰਨੈਟ ਸਰਵਿਸਿਜ਼ ਐਂਡ ਹਾਈਲੀ ਕੁਆਲੀਫਾਈਡ ਫੈਕਲਟੀ ਇਜ਼ ਏ ਕਾਸਟਲੀ ਟਾਸਕ। ਸਿਕਿਉਰਿਟੀ ਥ੍ਰੈਟ ਦੇ ਵਿੱਚ ਕੀ ਆ ਗਿਆ ਕਿ ਜਿਹੜੀ ਈ ਗਵਰਨੈਂਸ ਸਿਸਟਮ ਆਨਲਾਈਨ ਨੇ, ਠੀਕ ਹੈ। ਸੋ ਇੰਟਰਨੈਟ ਕੈਨ ਨਾਟ ਬੀ ਕੰਸੀਡਰਡ ਐਜ਼ ਫੁੱਲੀ ਸਿਕਿਉਰ। ਤਾਂ ਅਸੀਂ ਇੰਟਰਨੈਟ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਫੁੱਲੀ ਸਿਕਿਉਰ ਹੈਗਾ। ਇਨਫੋਰਮੇਸ਼ਨ ਔਨ ਦਾ ਇੰਟਰਨੈਟ ਕੈਨ ਬੀ ਸਟੋਲਨ ਐਂਡ ਮਿਸਯੂਜ਼ਡ ਬਾਏ ਦਾ ਹੈਕਰਸ। ਜਿਹੜੇ ਹੈਕਰਸ ਹੈਗੇ ਨੇ ਇਹ ਹਮੇਸ਼ਾ ਪੋਸੀਬਿਲਿਟੀ ਬਣੀ ਰਹਿੰਦੀ ਹੈਗੀ ਹੈ ਵੀ ਉਹ ਉਹਨੂੰ ਚੁਰਾ ਸਕਦੇ ਨੇ ਜਾਂ ਮਿਸਯੂਜ਼ ਕਰ ਸਕਦੇ ਹੈਗੇ ਨੇ। ਬਟ ਫਿਰ ਵੀ ਇਹ ਚਲੋ ਇਹਨਾਂ ਦੀ ਸਾਡੇ ਕੋਲ ਐਂਟੀਵਾਇਰਸ ਹੈਗੇ ਨੇ, ਠੀਕ ਹੈ, ਪ੍ਰੋਪਰ ਗੌਰਮੈਂਟ ਦੇ ਵੈਬ ਸਰਵਰਸ ਨੇ ਹੈਗੇ ਨੇ, ਤੇ ਇਹਨਾਂ ਨੂੰ ਅਸੀਂ ਮਿਨੀਮਾਈਜ਼ ਕਰ ਸਕਦੇ ਹੈਗੇ ਹਾਂ। ਨੈਕਸਟ ਆ ਗਈ ਸਾਡੇ ਕੋਲੇ ਸਮਾਰਟ ਗਵਰਨੈਂਸ। ਹੁਣ ਸਮਾਰਟ ਗਵਰਨੈਂਸ ਤੇ ਈ ਗਵਰਨੈਂਸ ਦੋ ਵਰਡ ਆ ਗਏ ਸਾਡੇ ਕੋਲੇ। ਤਾਂ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਦੇਖੋ ਵੀ ਸਮਾਰਟ ਗਵਰਨੈਂਸ ਇਜ਼ ਅਨਦਰ ਫਾਰਮ ਆਫ ਈ ਗਵਰਨੈਂਸ, ਯਾਨੀ ਕਿ ਈ ਗਵਰਨੈਂਸ ਦੀ ਹੀ ਇੱਕ ਅਨਦਰ ਫਾਰਮ ਹੈਗੀ ਆ ਸਮਾਰਟ ਗਵਰਨੈਂਸ। ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਮਾਡਰਨ ਨੇਮ ਆ ਕਿਹਦਾ? ਈ ਗਵਰਨੈਂਸ ਦਾ। ਇੱਕ ਨਵਾਂ ਨਾਂ ਰੱਖਤਾ ਸਮਾਰਟ ਗਵਰਨੈਂਸ। ਹੁਣ ਸਮਾਰਟ ਦਾ ਮਤਲਬ ਕੀ ਹੋਇਆ? ਸਮਾਰਟ ਦਾ ਮਤਲਬ ਹੋਇਆ ਅਟਰੈਕਟਿਵ, ਐਕਟਿਵ, ਠੀਕ ਹੈ, ਤੇ ਗਵਰਨੈਂਸ ਦਾ ਮਤਲਬ ਕੀ ਹੋਇਆ? ਰੂਲ, ਸ਼ਾਸਨ। ਕਿ ਅਟਰੈਕਟਿਵ ਤੇ ਐਕਟਿਵ ਸ਼ਾਸਨ ਦੇਣਾ ਹੈਗਾ। ਸੋ ਨਾਓ ਹੁਣ ਜਿਹੜਾ ਆ ਗਿਆ ਕਿ ਸਮਾਰਟ ਗਵਰਨੈਂਸ, ਈ ਗਵਰਨੈਂਸ ਦੇ ਕਿਹੜੇ ਕਿਹੜੇ ਮੇਨ ਪੁਆਇੰਟ ਨੇ ਜਿਹੜੇ ਕਿ ਈ ਗਵਰਨੈਂਸ ਨੂੰ ਸਮਾਰਟ ਗਵਰਨੈਂਸ ਮਤਲਬ ਕਹਿ ਰਹੇ ਨੇ। ਸਭ ਤੋਂ ਪਹਿਲਾਂ ਆ ਗਿਆ ਸਿੰਗਲ ਵਿੰਡੋ ਸਰਵਿਸਿਜ਼ ਐਂਡ ਫੈਸਿਲਿਟੀਜ਼, ਕਿ ਤੁਸੀਂ ਕਿਸੇ ਵੀ ਖਿੜਕੀ ਦੇ ਉੱਤੇ ਜਾ ਕੇ ਖੜੇ ਹੋ ਜਾਓ, ਠੀਕ ਹੈ, ਤੁਹਾਨੂੰ ਉੱਥੋਂ ਹੀ ਸਾਰੀਆਂ ਫੈਸਿਲਿਟੀਜ਼ ਮਿਲਣਗੀਆਂ। ਇਹ ਨਹੀਂ ਹੈਗਾ ਕਿ ਕੋਈ ਕਹੇ ਜੀ ਤੁਸੀਂ ਆਧਾਰ ਕਾਰਡ ਦੇ ਲਈ ਮਤਲਬ ਕਿ ਵਿੰਡੋ ਨੰਬਰ 1 ਦੇ ਉੱਤੇ ਚਲੇ ਜਾਓ ਜਾਂ ਪੈਨ ਕਾਰਡ ਦੇ ਲਈ ਵਿੰਡੋ ਨੰਬਰ 2 ਦੇ ਉੱਤੇ ਚਲੇ ਜਾਓ। ਨਹੀਂ, ਓਨਲੀ ਸਿੰਗਲ ਵਿੰਡੋ ਸਰਵਿਸਿਜ਼। ਅਗਰ ਤੁਸੀਂ ਆਧਾਰ ਕਾਰਡ ਬਣਾਉਣਾ, ਪੈਨ ਕਾਰਡ ਬਣਾਉਣਾ ਤੇ ਇੱਕ ਵਿੰਡੋ ਦੇ ਉੱਤੇ ਚਲੇ ਗਏ, ਉੱਥੇ ਹੀ ਉਹ ਸਾਰਾ ਕੁਝ ਬਣੂਗਾ। ਇਹ ਲਿਖਿਆ ਹੋਇਆ ਕਿ ਇਹਦੇ ਵਿੱਚ ਇੱਕ ਪਰਸਨ ਨੂੰ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਆ ਗਈ ਸਮਾਰਟ ਐਪਲੀਕੇਸ਼ਨ, ਠੀਕ ਹੈ। ਸਮਾਰਟ ਐਪਲੀਕੇਸ਼ਨ ਦੇ ਵਿੱਚ ਕੀ ਆ ਗਿਆ? ਤੁਸੀਂ ਐਪਲੀਕੇਸ਼ਨ ਜਿਹੜੀ ਗਵਰਨਮੈਂਟ ਨੂੰ ਭੇਜਤੀ, ਠੀਕ ਹੈ, ਉਹਨੂੰ ਘਰ ਬੈਠ ਕੇ ਤੁਸੀਂ ਉਹਨੂੰ ਟਰੈਕ ਕਰ ਰਹੇ ਹੋ, ਠੀਕ ਹੈ, ਕਿ ਮੇਰੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਇਸ ਵਕਤ ਉਹਦਾ ਸਟੇਟਸ ਕੀ ਹੈਗਾ। ਹੁਣ ਫੈਸਿਲਿਟੀ ਆਫ ਸਮਾਰਟ ਕਾਰਡਸ। ਸਮਾਰਟ ਕਾਰਡ ਦੀਆਂ ਕਿਹੜੀਆਂ ਫੈਸਿਲਿਟੀਜ਼ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਸਮਾਰਟ ਕਾਰਡ ਮਿਲੂਗਾ। ਸਮਾਰਟ ਕਾਰਡ ਕੀ ਹੋਇਆ? ਇੱਕ ਤੁਹਾਡੇ ਕੋਲ ਪਲਾਸਟਿਕ ਦਾ ਕਾਰਡ ਹੋ ਗਿਆ ਤੇ ਜਿਹਦੇ ਉੱਤੇ ਇੱਕ ਚਿਪ ਲੱਗੀ ਹੋਊਗੀ, ਲਾਈਕ ਮਤਲਬ ਤੁਹਾਡਾ ਅੱਜ ਕੱਲ੍ਹ ਜੇ ਤੁਸੀਂ ਦੇਖੋ ਵੀ ATM ਕਾਰਡ ਜਿਹੜਾ ਹੈਗਾ, ਠੀਕ ਹੈ, ਉਹਨੂੰ ਅਸੀਂ ਸਮਾਰਟ ਕਾਰਡ ਕਹਿ ਦਿੰਦੇ ਹੈਗੇ ਆ। ਤਾਂ ਇੱਦਾਂ ਦੇ ਹੋਰ ਕਿਹੜੇ ਕਿਹੜੇ ਕਾਰਡ ਨੇ ਜਿਹੜੇ ਤੁਹਾਨੂੰ ਮਿਲਦੇ ਨੇ? ਤੇ ਉਹਦੇ ਲਈ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲ ਡਰਾਈਵਿੰਗ ਲਾਇਸੈਂਸ। ਇਹ ਵੀ ਤੁਹਾਨੂੰ ਸਮਾਰਟ ਕਾਰਡ ਦੀ ਫਾਰਮ ਦੇ ਵਿੱਚ ਮਿਲਦਾ। ਪੈਨ ਕਾਰਡ ਵੀ ਮਿਲ ਰਿਹਾ, ਠੀਕ ਹੈ। RC ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਸਮਾਰਟ ਕਾਰਡ ਦੀ ਫਾਰਮ ਦੇ ਵਿੱਚ ਮਿਲਦੀ ਹੈ। ATM ਕਾਰਡ ਤਾਂ ਹੈਗਾ ਹੀ ਹੈਗਾ, ਠੀਕ ਹੈ। ਕ੍ਰੈਡਿਟ ਕਾਰਡ ਹੋ ਗਿਆ। ਇਹ ਸਾਰੇ ਦੇ ਸਾਰੇ ਕਿੱਦਾਂ ਹੋ ਗਏ? ਸਮਾਰਟ ਕਾਰਡ ਹੋ ਗਏ, ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਜਿਹੜੀਆਂ ਫੈਸਿਲਿਟੀਜ਼ ਉਹ ਲੈ ਸਕਦੇ ਹੈਗੇ ਆ। ਡਿਵੈਲਪਮੈਂਟ ਆਫ ਸਮਾਰਟ ਸਿਟੀਜ਼ ਐਂਡ ਸਮਾਰਟ ਬਿਲਡਿੰਗ, ਕਿ ਸਮਾਰਟ ਸਿਟੀ ਦੇ ਵਿੱਚ ਜਿਹੜੀ ਤੁਹਾਨੂੰ ਇੰਟਰਨੈਟ ਸਰਵਿਸਿਜ਼, ਜਿਹੜੀਆਂ ਹਾਈ ਸਪੀਡ ਇੰਟਰਨੈਟ ਸਰਵਿਸਿਜ਼ ਮਿਲ ਰਹੀਆਂ ਨੇ,
ਵਿਦ ਲੇਟੈਸਟ ਟੈਕਨੋਲੋਜੀ। ਇਸ ਤੋਂ ਇਲਾਵਾ ਕੀ ਹੈਗਾ ਜੀ, ਟੋਲ ਫ੍ਰੀ ਨੰਬਰਸ, ਕਿ ਸਰਕਾਰ ਨੇ ਟੋਲ ਫ੍ਰੀ ਨੰਬਰ ਦਿੱਤੇ ਹੋਏ ਨੇ, ਠੀਕ ਹੈ, ਕਿ ਅਗਰ ਤੁਸੀਂ ਕੋਈ ਕੰਪਲੇਂਟ ਰਜਿਸਟਰ ਕਰਾਉਣੀ ਹੈਗੀ ਹੈ ਤਾਂ ਤੁਸੀਂ ਉੱਥੇ ਕਾਲ ਕਰਕੇ ਕਰਵਾ ਸਕਦੇ ਹੋ। ਸਾਰੀਆਂ ਸਾਰੀਆਂ ਸਮਾਰਟ ਗਵਰਨੈਂਸ ਦੀ ਜਿਹੜੀਆਂ ਹੈਗੀਆਂ ਨੇ ਮੇਨ ਪੁਆਇੰਟ ਹੈਗੇ ਨੇ, ਠੀਕ ਹੈ। ਉਹਦੇ ਵਿੱਚ ਉਦਾਹਰਨ ਕਿਹੜੀ ਹੈਗੀ ਆ, 108 ਹੋ ਗਿਆ ਐਂਬੂਲੈਂਸ ਦੇ ਲਈ, 1091 ਫॉर ਵੂਮੈਨ ਹੈਲਪਲਾਈਨ, ਠੀਕ ਹੈ, ਚਾਈਲਡ ਹੈਲਪਲਾਈਨ ਦੇ ਲਈ ਆ ਗਿਆ, ਪੁਲਿਸ ਹੈਲਪਲਾਈਨ ਦੇ ਲਈ ਆ ਗਿਆ, ਠੀਕ ਹੈ। ਇਹ ਸਾਰੀਆਂ ਸਾਡੇ ਕੋਲ ਕੀ ਆ ਗਿਆ, ਐਗਜ਼ਾਮਪਲਸ ਹੋ ਗਈਆਂ ਸਮਾਰਟ ਗਵਰਨੈਂਸ ਦੀਆਂ। ਹੁਣ ਨੈਕਸਟ ਇੰਪੋਰਟੈਂਟ ਕਿ ਜੀ ਇਹ ਕੁਐਸਚਨ ਅਕਸਰ ਆਉਂਦਾ ਐਗਜ਼ਾਮ ਦੇ ਵਿੱਚ, ਵੈਰੀ ਇੰਪੋਰਟੈਂਟ, ਕਿ ਸਰਬ ਸੇਵਾ ਕੇਂਦਰ ਜਾਂ ਸਾਂਝ ਕੇਂਦਰ ਕੀ ਨੇ, ਜਾਂ ਕਿਹੜੀਆਂ ਫੈਸਿਲਿਟੀਜ਼ ਉਹਨਾਂ ਤੋਂ ਮਿਲ ਰਹੀਆਂ ਨੇ। ਤਾਂ ਇਹਦੇ ਵਿੱਚ ਮੈਂ ਪਹਿਲਾਂ ਕਹਿ ਚੁੱਕਿਆ ਵੀ ਜਿਹੜੇ ਤਾਂ ਪਰਸਨ ਕੰਪਿਊਟਰ ਜਾਣਦੇ ਨੇ ਜਾਂ ਇੰਟਰਨੈਟ ਨੂੰ ਵਰਤਣਾ ਜਾਣਦੇ ਨੇ, ਠੀਕ ਹੈ, ਉਹਨਾਂ ਨੂੰ ਕਿਵੇਂ ਐਕਸੈਸ ਕਰਨਾ, ਸਰਵਿਸਿਜ਼ ਕਿਵੇਂ ਲੈਣੀਆਂ ਸਰਕਾਰ ਤੋਂ, ਆਨਲਾਈਨ ਸਰਵਿਸਿਜ਼, ਉਹ ਤਾਂ ਘਰ ਬੈਠ ਕੇ ਸਰਵਿਸ ਲੈ ਸਕਦੇ। ਲੇਕਿਨ ਜਿਹੜੇ ਨਾ ਤਾਂ ਕੰਪਿਊਟਰ ਯੂਜ਼ ਕਰਨਾ ਜਾਣਦੇ ਨੇ, ਠੀਕ ਹੈ, ਨਾ ਉਹ ਜ਼ਿਆਦਾ ਪੜ੍ਹੇ ਲਿਖੇ ਨੇ, ਠੀਕ ਹੈ, ਤਾਂ ਉਹਨਾਂ ਦੇ ਲਈ ਕੀ ਆ, ਸਰਕਾਰ ਨੇ ਸੇਵਾ ਕੇਂਦਰ ਖੋਲ੍ਹਤੇ। ਉਹ ਕਹਿੰਦੇ ਵੀ ਤੁਸੀਂ ਜਿਹੜੀਆਂ ਆਨਲਾਈਨ ਸਰਵਿਸਿਜ਼ ਲੈਣੀਆਂ ਨੇ ਇੱਥੋਂ ਜਾ ਕੇ ਤੁਸੀਂ ਲੈ ਸਕਦੇ ਹੈਗੇ ਹੋ। ਉਹਨਾਂ ਨੇ ਜਾ ਕੇ ਸਿੰਪਲੀ ਆਪਣੀ ਰਿਕੁਆਇਰਮੈਂਟ ਦੱਸਣੀ ਹੈ, ਠੀਕ ਹੈ, ਮੇਨ ਡਾਕੂਮੈਂਟ ਪ੍ਰੋਵਾਈਡ ਕਰਨੇ ਨੇ, ਤਾਂ ਉੱਥੇ ਇੱਕ ਜਿਹੜਾ ਮਤਲਬ ਕਿ ਗੌਰਮੈਂਟ ਨੇ ਇੱਕ ਆਫਿਸਰ ਬਿਠਾਇਆ ਹੋਇਆ, ਉਹਨੇ ਜਿਹੜਾ ਹੈਗਾ ਉਹਨਾਂ ਦੀਆਂ ਜਿਹੜੀਆਂ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਉਹਨੂੰ ਫੁਲਫਿਲ ਕਰਦੇ ਹੋਏ ਆਨਲਾਈਨ ਅਪਲਾਈ ਕਰ ਦੇਣਾ ਹੈਗਾ। ਤਾਂ ਇਹਨਾਂ ਦੇ ਵਿੱਚ ਕਿਹੜੀਆਂ ਸਰਵਿਸਿਜ਼ ਤੁਹਾਨੂੰ ਆਨਲਾਈਨ ਮਿਲਦੀਆਂ ਨੇ ਸੇਵਾ ਕੇਂਦਰਾਂ ਦੇ ਵਿੱਚ, ਇਹ ਕੁਐਸਚਨ ਆਉਂਦਾ। ਦਿਸ ਇਜ਼ ਇੰਪੋਰਟੈਂਟ ਕਿ ਸੇਵਾ ਕੇਂਦਰ, ਸਾਂਝ ਕੇਂਦਰ ਦੇ ਵਿੱਚ ਕਿਹੜੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਸਾਰੀਆਂ ਸਰਵਿਸ ਲੈ ਸਕਦੇ ਹੋ, ਜਿੱਦਾਂ ਕਿ ਰੈਜ਼ੀਡੈਂਸ ਸਰਟੀਫਿਕੇਟ ਅਪਲਾਈ ਕਰਨਾ, ਕਾਸਟ ਸਰਟੀਫਿਕੇਟ ਅਪਲਾਈ ਕਰਨਾ, ਬਰਥ ਜਾਂ ਡੈਥ ਸਰਟੀਫਿਕੇਟ ਅਪਲਾਈ ਕਰਨਾ, ਰਿਗਾਰਡਿੰਗ ਇਨਕਮ, ਕੋਈ ਇਨਕਮ ਦੇ ਰਿਗਾਰਡਿੰਗ ਸਰਟੀਫਿਕੇਟ ਬਣਾਉਣਾ, ਆਧਾਰ ਕਾਰਡ ਬਣਾਉਣਾ, ਸਰਟੀਫਿਕੇਟ ਆਫ ਰਿਲੀਜਨ ਬਣਾਉਣਾ, ਠੀਕ ਹੈ, ਇੰਤਕਾਲ ਕਰਾਉਣਾ, ਤੇ ਬਿੱਲ ਅਪਲਾਈ ਕਰਨੇ, ਠੀਕ ਹੈ, ਆਰਸੀ ਸਰਟੀਫਿਕੇਟ, ਆਨਲਾਈਨ ਇਸ਼ੂ ਆਫ ਦਾ ਵਹੀਕਲ ਰਜਿਸਟ੍ਰੇਸ਼ਨ ਆਫ ਆਰਸੀ, ਰਜਿਸਟ੍ਰੇਸ਼ਨ ਸਰਟੀਫਿਕੇਟ ਆਰਸੀ ਅਪਲਾਈ ਕਰਨੀ, ਤੇ ਉਹ ਡਰਾਈਵਿੰਗ ਲਾਇਸੈਂਸ। ਇਹ ਸਾਰੀਆਂ ਸਰਵਿਸ ਜਿਹੜੀ ਹੈਗਾ ਤੁਹਾਨੂੰ ਸਾਂਝ ਕੇਂਦਰ ਜਾਂ ਸੇਵਾ ਕੇਂਦਰ ਤੋਂ ਮਿਲ ਰਹੀ ਹੈ। ਨੈਕਸਟ ਟੌਪਿਕ ਹੈਗਾ ਜੀ ਆਧਾਰ, ਵੈਰੀ ਇੰਪੋਰਟੈਂਟ। ਤੇ ਅੱਜ ਮੈਨੂੰ ਨਹੀਂ ਲੱਗਦਾ ਵੀ ਕੋਈ ਪਰਸਨ ਹੋਊਗਾ ਵੀ ਜਿਹਦੇ ਆਧਾਰ ਕਾਰਡ ਨਹੀਂ ਬਣਿਆ ਹੋਊਗਾ, ਠੀਕ ਹੈ। ਆਧਾਰ ਕਾਰਡ ਕੀ ਹੋਇਆ, ਇੱਕ ਯੂਨੀਕ ਨੰਬਰ ਹੋ ਗਿਆ। ਸਭ ਤੋਂ ਪਹਿਲਾਂ ਤਾਂ ਇਹ ਦੇਖੋ, ਠੀਕ ਹੈ, 12 ਡਿਜਿਟ ਦਾ ਯੂਨੀਕ ਆਇਡੈਂਟੀਫਿਕੇਸ਼ਨ ਕਾਰਡ ਨੰਬਰ। ਤਾਂ ਟੋਟਲ ਨੰਬਰ ਕਿੰਨੇ ਹੋ ਗਏ ਇਹਦੇ, 12, ਠੀਕ ਹੈ। 12 ਡਿਜਿਟ ਦਾ ਨੰਬਰ ਹੋ ਗਿਆ, ਆਇਡੈਂਟੀਟੀ ਪ੍ਰੂਫ ਹੋ ਗਿਆ, ਯੂਜ਼ਫੁਲ ਆਇਡੈਂਟੀ ਪ੍ਰੂਫ, ਠੀਕ ਹੈ, ਆਇਡੈਂਟੀ ਕਾਰਡ ਹੋ ਗਿਆ। ਕੌਣ ਇਸ਼ੂ ਕਰ ਰਿਹਾ ਇਹਨੂੰ, that is issued by unique identification authority of India to the Indian citizens, very important line, ਠੀਕ ਹੈ। ਪਹਿਲਾ ਪੁਆਇੰਟ 12 ਡਿਜਿਟ ਦਾ ਨੰਬਰ, ਦੂਜਾ ਪੁਆਇੰਟ, ਠੀਕ ਹੈ, ਕੌਣ ਇਸ਼ੂ ਕਰ ਰਿਹਾ, ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। ਤੀਜਾ ਪੁਆਇੰਟ, ਕਿਹਨਾਂ ਨੂੰ ਇਸ਼ੂ ਕਰ ਰਿਹਾ, ਓਨਲੀ ਇੰਡੀਅਨ ਸਿਟੀਜ਼ਨਸ, ਠੀਕ ਹੈ, ਤਾਂ ਕਿ ਕਿਸੇ ਵੀ ਪਰਸਨ ਦੀ ਡੁਪਲੀਕੇਸੀ ਨਾ ਹੋਵੇ, ਠੀਕ ਹੈ। ਨੋ ਟੂ ਪੀਪਲ ਇਨ ਇੰਡੀਆ ਕੈਨ ਹੈਵ ਸੇਮ ਆਧਾਰ ਨੰਬਰ। ਕਿਸ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਇੱਕ ਪਰਸਨ ਦੇ 2 ਆਧਾਰ ਕਾਰਡ ਨਹੀਂ ਹੋ ਸਕਦੇ, ਨੋ, ਦੈਟ ਇਜ਼ ਨਾਟ ਪੋਸੀਬਲ, ਠੀਕ ਹੈ। ਕਿਉਂ, ਇਹਨੂੰ ਵੈਰੀਫਾਈ ਆਫਟਰ ਦਾ ਡਾਕੂਮੈਂਟਸ, ਇੰਪੋਰਟੈਂਟ ਡਾਕੂਮੈਂਟ, ਠੀਕ ਹੈ। ਉਹਨਾਂ ਦੇ ਸਾਰੇ ਡਾਕੂਮੈਂਟ ਜਿਹੜੇ ਹੈਗੇ ਨੇ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਨੂੰ ਆਧਾਰ ਕਾਰਡ ਜਿਹੜਾ ਹੈਗਾ ਉਹ ਜਾਰੀ ਹੋ ਰਿਹਾ ਹੈਗਾ। ਤਾਂ ਆਧਾਰ ਕਾਰਡ ਦੇ ਵਿੱਚ 2 ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਐਡ ਕੀਤੀ ਜਾਂਦੀ। 2 ਟਾਈਪ ਆਫ ਇਨਫੋਰਮੇਸ਼ਨ ਅਬਾਊਟ ਦਾ ਪਰਸਨ। ਪਹਿਲੀ ਇਨਫੋਰਮੇਸ਼ਨ ਹੈ ਜੀ ਡੈਮੋਗ੍ਰਾਫਿਕ ਔਰ ਪਰਸਨਲ ਇਨਫੋਰਮੇਸ਼ਨ, ਫਸਟ ਇਨਫੋਰਮੇਸ਼ਨ। ਤਾਂ ਸੈਕੰਡ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਐਡ ਹੋ ਰਹੀ ਹੈ, ਫਸਟ ਪਰਸਨਲ ਇਨਫੋਰਮੇਸ਼ਨ, ਸੈਕੰਡ ਜਿਹੜੀ ਇਨਫੋਰਮੇਸ਼ਨ ਹੈ ਜੀ ਉਹ ਹੈ ਬਾਇਓਮੈਟ੍ਰਿਕ ਇਨਫੋਰਮੇਸ਼ਨ, ਯਾਨੀ ਕਿ ਉਹਦੇ ਫਿੰਗਰਪ੍ਰਿੰਟ ਤੇ ਉਹਦਾ ਆਈ ਸਕੈਨ ਹੋਊਗਾ ਤੇ ਫੋਟੋਗ੍ਰਾਫ ਲੱਗੂਗੀ। ਯਾਨੀ ਕਿ ਸਭ ਤੋਂ ਪਹਿਲਾਂ ਫੋਟੋਗ੍ਰਾਫ ਹੋ ਗਈ, ਫਿਰ ਉਹਦੇ ਫਿੰਗਰਪ੍ਰਿੰਟ ਹੋ ਗਏ, ਫਿਰ ਉਹਦੇ ਕੀ ਹੋ ਗਿਆ, ਆਈ ਸਕੈਨ ਹੋ ਗਿਆ। ਆਈ ਸਕੈਨ ਔਰ ਫਿੰਗਰਪ੍ਰਿੰਟ
ਤੇ ਫੋਟੋਗ੍ਰਾਫ, ਇਹਨਾਂ ਨੂੰ ਕੀ ਕਹਿ ਦਿੰਦੇ ਹਾਂ ਅਸੀਂ, ਬਾਇਓਮੈਟ੍ਰਿਕ ਇਨਫੋਰਮੇਸ਼ਨ। ਸੋ ਇਹੀ ਮੇਨ ਰੀਜ਼ਨ ਹੈਗਾ ਵੀ ਕਿਸੇ ਵੀ ਪਰਸਨ ਦੇ ਦੋ ਆਧਾਰ ਕਾਰਡ ਨੰਬਰ ਨਹੀਂ ਹੋ ਸਕਦੇ, ਆਧਾਰ ਕਾਰਡ ਨੰਬਰ ਹਮੇਸ਼ਾ ਇੱਕ ਹੀ ਹੋਊਗਾ। ਸੋ ਇਹ ਇੱਕ ਸੈਂਪਲ ਦਿਖਾਇਆ ਗਿਆ ਆਧਾਰ ਕਾਰਡ ਦਾ ਕਿ ਇਦਾਂ ਦਾ ਆਧਾਰ ਕਾਰਡ ਹੁੰਦਾ ਜੀ। ਇੱਥੇ ਪਰਸਨ ਦੀ ਫੋਟੋ ਆ ਗਈ, ਇਹ ਉਹਦਾ ਆਧਾਰ ਕਾਰਡ ਨੰਬਰ ਆ ਗਿਆ, ਉਸ ਤੋਂ ਬਾਅਦ ਇਹ ਉਹਦੀ ਪਰਸਨਲ ਇਨਫੋਰਮੇਸ਼ਨ ਆ ਗਈ, ਦਿਸ ਇਜ਼ ਅ ਪਰਸਨਲ ਇਨਫੋਰਮੇਸ਼ਨ, ਇਹ ਵਾਲੀ ਚੀਜ਼। ਸਿਰਫ ਪਰਸਨਲ ਇਨਫੋਰਮੇਸ਼ਨ ਹੀ ਤੁਹਾਡੇ ਕੋਲ ਇੱਥੇ ਡਿਸਪਲੇ ਹੋਊਗੀ, ਇੱਥੇ ਬਾਇਓਮੈਟ੍ਰਿਕ ਇਨਫੋਰਮੇਸ਼ਨ ਡਿਸਪਲੇ ਨਹੀਂ ਹੋਣੀ, ਯਾਨੀ ਕਿ ਫਿੰਗਰਪ੍ਰਿੰਟ ਔਰ ਆਇਰਸ ਔਰ ਆਈ ਸਕੈਨ, ਇਹ ਇੱਥੇ ਡਿਸਪਲੇ ਨਹੀਂ ਹੋਣਾ ਹੈਗਾ। ਹੁਣ ਇਹਦੇ ਮੇਨ ਫੀਚਰਸ ਕੀ ਨੇ ਆਧਾਰ ਕਾਰਡ ਦੇ ਜਿਹੜੇ ਮੇਨ ਪੁਆਇੰਟ ਹੈਗੇ ਨੇ, ਫੀਚਰਸ ਹੈਗੇ ਨੇ, ਸਭ ਤੋਂ ਪਹਿਲਾਂ ਯੂਨੀਕ ਆਇਡੈਂਟੀਟੀ, ਕਿ ਫਸਟ ਫੀਚਰ ਆਫ ਆਧਾਰ ਕਾਰਡ ਇਜ਼ ਦੈਟ ਇਟ ਗਿਵਸ ਅ ਯੂਨੀਕ ਆਇਡੈਂਟੀਟੀ ਟੂ ਦਾ ਸਿਟੀਜ਼ਨ। ਹਰ ਇੱਕ ਪਰਸਨ ਦਾ ਇੱਕ ਆਪਣਾ ਆਧਾਰ ਕਾਰਡ ਨੰਬਰ ਹੋ ਗਿਆ ਹੈਗਾ, ਜਿਹਦੇ ਦੁਆਰਾ ਉਹ ਆਇਡੈਂਟੀਫਾਈ ਹੋ ਰਿਹਾ ਹੈਗਾ। ਇਹਨੂੰ ਰੈਜ਼ੀਡੈਂਸ ਪ੍ਰੂਫ ਦੇ ਤੌਰ ਤੇ ਵਰਤ ਸਕਦੇ ਆ। ਇਹਦਾ ਕੋਈ ਇਹ ਨਹੀਂ ਹੈਗਾ ਵੀ ਇਹ ਇੰਨੀ ਦੇਰ ਤੱਕ ਵੈਲਿਡ ਆ, ਜਿੱਦਾਂ ਕਿ ਤੁਹਾਡਾ ਡਰਾਈਵਿੰਗ ਲਾਇਸੈਂਸ ਹੈਗਾ, ਉਹਦੀ ਇੱਕ ਐਕਸਪਾਇਰੀ ਡੇਟ ਹੈ, ਇੱਦਾਂ ਇਹਦੀ ਕੋਈ ਐਕਸਪਾਇਰੀ ਡੇਟ ਨਹੀਂ ਹੈਗੀ। ਉਸ ਤੋਂ ਬਾਅਦ ਪ੍ਰੂਫ ਆਫ ਆਇਡੈਂਟੀਟੀ ਦੇ ਪ੍ਰੂਫ ਦੇ ਤੌਰ ਦੇ ਉੱਤੇ ਵਰਤ ਸਕਦੇ ਹੋ। ਆਨਲਾਈਨ ਅਥੈਂਟੀਕੇਸ਼ਨ, ਆਨਲਾਈਨ ਬੈਂਕਿੰਗ, ਗੈਸ ਸਬਸਿਡੀਜ਼, ਠੀਕ ਹੈ, ਇਹ ਆਧਾਰ ਕਾਰਡ ਨੂੰ ਇਹ ਅਥੈਂਟਿਕ ਡਾਕੂਮੈਂਟ ਹੈਗਾ ਹੈ। ਸੋ ਥੀਸ ਆਰ ਦਾ ਮੇਨ ਫੀਚਰਸ ਆਫ ਦਾ ਆਧਾਰ ਕਾਰਡ। ਸੋ ਨੈਕਸਟ ਸਾਡੇ ਕੋਲੇ ਆ ਗਿਆ ਜੀ ਯੂਜ਼ ਆਫ ਆਧਾਰ ਕਾਰਡ ਕਿੱਥੇ ਕਿੱਥੇ ਵਰਤੇ ਜਾਂਦਾ। ਜੇ ਤੁਸੀਂ ਬੈਂਕ ਦਾ ਖਾਤਾ ਖੋਲ੍ਹਣਾ ਤਾਂ ਆਧਾਰ ਕਾਰਡ ਦੀ ਲੋੜ ਹੈ, ਜੇ ਤੁਸੀਂ ਕੋਈ LPG ਕਨੈਕਸ਼ਨ ਲੈਣਾ ਹੈਗਾ ਤਾਂ ਤੁਹਾਨੂੰ ਇਹਦੀ ਲੋੜ ਹੈ, ਪੈਨ ਕਾਰਡ ਅਪਲਾਈ ਕਰਨਾ ਤਾਂ ਇਹਦੀ ਲੋੜ ਹੈ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਇਨਫੋਰਮੇਸ਼ਨ ਸਿਸਟਮ ਦੀ। ਇਨਫੋਰਮੇਸ਼ਨ ਸਿਸਟਮ ਜਿਹੜਾ ਹੈਗਾ ਉਹ ਪੀਪਲ, ਆਰਗੇਨਾਈਜੇਸ਼ਨ ਤੇ ਕੰਪਨੀ ਦੁਆਰਾ ਵਰਤਿਆ ਜਾਂਦਾ। ਇਹਦਾ ਮੇਨ ਪਰਪਸ ਕੀ ਹੋਇਆ? ਇਹਦਾ ਮੇਨ ਪਰਪਸ ਹੋਇਆ ਇਸ ਇਨਫੋਰਮੇਸ਼ਨ ਸਿਸਟਮ ਤੋਂ ਜਿਹੜੀ ਇਨਫੋਰਮੇਸ਼ਨ ਆਈ ਆ ਕਨਵਰਟ ਹੋ ਕੇ, ਇਹ ਇਨਫੋਰਮੇਸ਼ਨ ਕਿੱਥੋਂ ਆਈ ਹੈ? ਜਦੋਂ ਡਾਟਾ ਕਲੈਕਟ ਕਰ ਲਿਆ, ਪਹਿਲਾ ਪੁਆਇੰਟ ਇਹ ਹੈ ਕਲੈਕਟ ਦਾ ਡਾਟਾ, ਦੂਜਾ ਉਹਨੂੰ ਫਿਲਟਰ ਕਰ ਲਿਆ, ਨੰਬਰ 3 ਦੇ ਉੱਤੇ ਉਹਨੂੰ ਪ੍ਰੋਸੈਸ ਕਰ ਲਿਆ ਅਤੇ ਉਸ ਨੂੰ ਚੇਂਜ ਕਰਤਾ, ਠੀਕ ਹੈ, ਇੱਕ ਇਨਫੋਰਮੇਸ਼ਨ ਦੇ ਵਿੱਚ। ਫਿਰ ਉਸ ਨੂੰ ਸ਼ੇਅਰ ਕਰ ਲਿਆ। ਸ਼ੇਅਰ ਕਰਨ ਤੋਂ ਬਾਅਦ ਉਸ ਜਿਹੜੀ ਇਨਫੋਰਮੇਸ਼ਨ ਦਾ ਮੇਨ ਫਾਇਦਾ ਕੀ ਹੋਇਆ ਕਿ ਆਪਾਂ ਨੇ ICT ਟੈਕਨੀਕ ਲਗਾ ਕੇ ਰਾਅ ਡਾਟਾ ਕਲੈਕਟ ਕੀਤਾ ਸੀਗਾ ਉਹ ਤੋਂ ਇਨਫੋਰਮੇਸ਼ਨ ਪ੍ਰੋਡਿਊਸ ਕਰ ਲਈ, ਉਸ ਤੋਂ ਡਿਸੀਜ਼ਨ ਲਿਆ, ਇੱਕ ਸਹੀ ਡਿਸੀਜ਼ਨ ਉਸ ਆਰਗੇਨਾਈਜੇਸ਼ਨ ਦੇ ਪ੍ਰਤੀ। ਹੁਣ ਇਹਦੇ ਵਿੱਚ ਮੇਨ ਕੰਪੋਨੈਂਟ ਕਿਹੜੇ ਹੋਣਗੇ? ਸਭ ਤੋਂ ਪਹਿਲਾਂ ਸਟਾਰਟ ਹੁੰਦਾ ਜੀ ਹਾਰਡਵੇਅਰ ਤੋਂ, 1 ਨੰਬਰ ਤੋਂ ਹਾਰਡਵੇਅਰ ਦੇ ਵਿੱਚ ਕੀ ਹੋਊਗਾ? ਕਿਉਂਕਿ ਇਹਦੇ ਵਿੱਚ ICT ਯੂਜ਼ ਹੋਣੀ ਹੈ, ਯਾਨੀ ਕੰਪਿਊਟਰ ਯੂਜ਼ ਹੋਣਾ, ਕੀਬੋਰਡ, ਮੋਨੀਟਰ, ਮਾਊਸ, CPU, ਮਦਰਬੋਰਡ, ਹਾਰਡ ਡਿਸਕ, ਪ੍ਰਿੰਟਰ, ਜੋ ਵੀ ਕੰਪਿਊਟਰ ਕੰਪੋਨੈਂਟ ਨੇ ਉਹ ਇਸ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਬਤੌਰ ਹਾਰਡਵੇਅਰ ਵਰਤੇ ਜਾਣਗੇ। ਇਹਨਾਂ ਨੂੰ ਕੰਬਾਈਨ ਕਰਕੇ ਹੀ ਸਾਡੇ ਜਿਹੜਾ ਡਾਟਾ ਹੈਗਾ ਉਹ ਕੰਪਿਊਟਰ ਦੀ ਫਾਰਮ ਦੇ ਵਿੱਚ ਕਲੈਕਟ ਹੋਊ। ਨੈਕਸਟ ਆ ਗਿਆ ਸਾਡੇ ਕੋਲੇ ਸੌਫਟਵੇਅਰ ਕੰਪੋਨੈਂਟ। ਸੌਫਟਵੇਅਰ ਕੰਪੋਨੈਂਟ ਦੇ ਵਿੱਚ ਕੀ ਹੋਊਗਾ? ਕਿਉਂਕਿ ਪ੍ਰੋਗਰਾਮ ਚਾਹੀਦਾ ਇਨਫੋਰਮੇਸ਼ਨ ਨੂੰ ਐਡ ਕਰਨ ਦੇ ਲਈ। ਇਟ ਕੰਟੇਨਸ ਦਾ ਪ੍ਰੋਗਰਾਮ which is used by user to process data through the hardware component। ਹਾਰਡਵੇਅਰ ਬਿਨਾਂ ਸੌਫਟਵੇਅਰ ਤੋਂ ਨਹੀਂ ਚੱਲ ਸਕਦਾ। ਸੋ ਇਹਨਾਂ ਦੋਹਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੈਗੀ ਹੈ। ਅਹਿਮੀਅਤ ਹਰ ਇੱਕ ਕੰਪੋਨੈਂਟ ਦੀ ਹੈ। ਡਾਟਾਬੇਸ ਕੰਪੋਨੈਂਟ ਦੇ ਵਿੱਚ ਕੀ ਹੋਊਗਾ? ਜੋ ਅਸੀਂ ਡਾਟਾ ਕਲੈਕਟ ਕਰ ਲਿਆ ਉਸ ਨੂੰ ਸਟੋਰ ਕਰਨਾ, ਠੀਕ ਹੈ, ਇੱਕ ਸਿੰਗਲ ਫਾਈਲ ਦੇ ਵਿੱਚ। ਨੈਟਵਰਕ ਕੰਪੋਨੈਂਟ ਦੇ ਵਿੱਚ ਜਦੋਂ ਇਨਫੋਰਮੇਸ਼ਨ ਦੇ ਵਿੱਚ ਰਾਅ ਡਾਟਾ ਕਨਵਰਟ ਹੋ ਗਿਆ ਤਾਂ ਉਸ ਨੂੰ ਕੀ ਕਰਨਾ? ਸ਼ੇਅਰ ਕਰਨਾ। ਪ੍ਰੋਸੀਜਰ, ਇਹ ਮੈਥਡ ਨੇ ਜਿਸ ਦੇ ਵਿੱਚ ਜਿਹੜਾ ਰਾਅ ਡਾਟਾ ਹੈਗਾ ਉਹਨੂੰ ਇਨਫੋਰਮੇਸ਼ਨ ਦੇ ਵਿੱਚ, ਮੀਨਿੰਗਫੁਲ ਇਨਫੋਰਮੇਸ਼ਨ ਦੇ ਵਿੱਚ ਟਰਾਂਸਲੇਟ ਕੀਤਾ ਜਾਂਦਾ, ਕਨਵਰਟ ਕੀਤਾ ਜਾਂਦਾ ਹੈ। ਸੋ ਨੈਕਸਟ ਸਾਡੇ ਕੋਲੇ ਆ ਗਿਆ ਕਿ ਇਨਫੋਰਮੇਸ਼ਨ ਸਿਸਟਮ ਦੀਆਂ ਟਾਈਪ ਕਿੰਨੀਆਂ ਨੇ। ਇਹ ਆਪਣੇ ਕੋਲੇ 5 ਟਾਈਪਸ ਨੇ। ਸਭ ਤੋਂ ਪਹਿਲੀ ਟਾਈਪ ਆ ਗਈ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਸਿਸਟਮ, TPS ਜਿਹੜੀ ਹੈਗੀ ਆ, ਇਸ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਸਿਸਟਮ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਖਰੀਦੋ ਫਰੋਖਤ ਕਰਨ ਦੇ ਲਈ, ਕੁਝ ਖਰੀਦਣਾ ਜਾਂ ਕੁਝ ਸੇਲ ਕਰਨਾ। ਟੂ ਪ੍ਰਪੇਅਰ ਪੇਰੋਲ ਆਫ ਆਲ ਕਾਈਂਡ ਆਫ ਬਿਜ਼ਨਸ ਐਂਟਰੀਜ਼ ਐਂਡ ਰਿਕਾਰਡਸ। ਇਹਦਾ ਐਗਜ਼ਾਮਪਲ ਕਿਹੜੀ ਹੈ? ਐਗਜ਼ਾਮਪਲ ਹੈ ਕਿ ਬੈਂਕਿੰਗ ਸਿਸਟਮ ਦੇ ਵਿੱਚ, ਠੀਕ ਹੈ, ਇਹ ਸਭ ਤੋਂ ਬੜੀ ਐਗਜ਼ਾਮਪਲ ਆ ਟ੍ਰਾਂਜੈਕਸ਼ਨ। ਹਰ ਇੱਕ ਜੋ ਵੀ ਆਪਾਂ ਪੈਸੇ ਕਢਾਉਂਦੇ ਆ, ਜਮ੍ਹਾਂ ਕਰਾਉਂਦੇ ਆ, ਉਹ ਇੱਕ ਟ੍ਰਾਂਜੈਕਸ਼ਨ ਕਹਾਉਂਦੇ, ਅਗਰ ਸਿੰਪਲ ਵਰਡਿੰਗ ਦੇ ਵਿੱਚ ਗੱਲ ਕਹਾਂ। ਸੋ ਇਹ ਕੀ ਹੋ ਗਿਆ ਜੀ? ਟ੍ਰਾਂਜੈਕਸ਼ਨ ਪ੍ਰੋਸੈਸਿੰਗ
ਸਿਸਟਮ। ਸੈਕੰਡ ਸਾਡੇ ਕੋਲੇ ਆ ਗਿਆ ਡਿਸੀਜਨ ਸਪੋਰਟ ਸਿਸਟਮ। ਹੁਣ ਡਿਸੀਜਨ ਮੇਨਲੀ ਮੈਨੇਜਮੈਂਟ ਲੈਂਦੀ ਹੈ ਕਿਸੇ ਵੀ ਕੰਪਨੀ ਦੇ ਵਿੱਚ, ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ। ਅਜਿਹਾ ਇਨਫੋਰਮੇਸ਼ਨ ਸਿਸਟਮ ਜਿਹੜਾ ਕਿ ਕਿਸੇ ਆਰਗੇਨਾਈਜੇਸ਼ਨ ਜਾਂ ਕਿਸੇ ਕੰਪਨੀ ਦੀ ਮੈਨੇਜਮੈਂਟ ਨੂੰ ਸਹੀ ਡਿਸੀਜਨ ਲੈਣ ਦੇ ਵਿੱਚ ਮਦਦ ਕਰੇ, ਉਹ ਆਪਣੇ ਕੋਲ ਕੀ ਹੋ ਗਿਆ, ਡਿਸੀਜਨ ਸਪੋਰਟ ਸਿਸਟਮ। ਨੈਕਸਟ ਸਾਡੇ ਕੋਲ ਆ ਗਿਆ ਐਗਜ਼ੀਕਿਊਟਿਵ ਇਨਫੋਰਮੇਸ਼ਨ ਸਿਸਟਮ। ਐਗਜ਼ੀਕਿਊਟਿਵ ਇਨਫੋਰਮੇਸ਼ਨ ਸਿਸਟਮ ਕੀ ਹੋ ਗਿਆ, ਹੈਡਸ ਆਫ ਦਾ ਆਰਗੇਨਾਈਜੇਸ਼ਨ to control the working system of the organization in an efficient manner and it become very easy for heads to issue instruction to the people working under them। very important। ਇੱਕ ਅਜਿਹਾ ਸਿਸਟਮ ਕਿ ਜਿਹੜਾ ਹੈਡ ਨੂੰ, ਯਾਨੀ ਕਿ ਕੋਈ ਵੀ ਕੰਪਨੀ ਦਾ ਮਾਲਕ ਹੈਗਾ, ਉਹਨੂੰ ਇਹ ਫੈਸਿਲਿਟੀ ਪ੍ਰੋਵਾਈਡ ਕਰੇ ਕਿ ਉਹ ਈਜ਼ੀਲੀ ਜਿਹੜੇ ਉਹਦੇ ਅੰਡਰ ਐਮਪਲਾਈ ਕੰਮ ਕਰਦੇ ਨੇ ਉਹਨਾਂ ਨੂੰ ਹਦਾਇਤਾਂ ਦੇ ਸਕੇ, ਠੀਕ ਹੈ, ਅਤੇ ਸਹੀ ਹਦਾਇਤਾਂ ਦੇ ਸਕੇ ਜਿਹਦੇ ਨਾਲ ਕੰਮ ਛੇਤੀ ਹੋਵੇ, ਪ੍ਰੋਫਿਟੇਬਲ ਹੋਵੇ, ਠੀਕ ਹੈ। ਉਹ ਸਿਸਟਮ ਨੂੰ ਕੀ ਕਹਿੰਦੇ ਆਪਾਂ, ਐਗਜ਼ੀਕਿਊਟਿਵ ਇਨਫੋਰਮੇਸ਼ਨ ਸਿਸਟਮ। ਸੋ ਨੈਕਸਟ ਆ ਗਿਆ ਸਾਡੇ ਕੋਲੇ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ। ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੀ ਬੜੀ ਵਧੀਆ ਐਗਜ਼ਾਮਪਲ ਦਿੱਤੀ ਹੋਈ ਆ। ਐਜੂਕੇਸ਼ਨ ਡਿਪਾਰਟਮੈਂਟ ਆਫ ਪੰਜਾਬ ਯੂਜ਼ MIS ਟੂ ਸਟੋਰ ਡਾਟਾ ਆਫ ਸਕੂਲਸ, ਸਟੂਡੈਂਟਸ ਐਂਡ ਸਟਾਫ। ਜਿਹੜੀ ਸਾਡੀ ਪੰਜਾਬ ਸਕੂਲ ਜਿਹੜੀ ਵੈਬਸਾਈਟ ਹੈਗੀ ਆ, ਉਹ ਇੱਕ MIS ਦੀ ਸਭ ਤੋਂ ਵਧੀਆ ਉਦਾਹਰਣ ਹੈਗੀ। MIS ਸਿਸਟਮ ਦਾ ਮੇਨ ਇੰਪੋਰਟੈਂਟ ਰੋਲ ਕੀ ਹੋਇਆ, ਦਿਸ ਟਾਈਪ ਆਫ ਇਨਫੋਰਮੇਸ਼ਨ ਸਿਸਟਮ ਪਲੇ ਐਨ ਇੰਪੋਰਟੈਂਟ ਰੋਲ ਇਨ ਮੈਨੇਜਮੈਂਟ ਆਫ ਐਨੀ ਆਰਗੇਨਾਈਜੇਸ਼ਨ। ਠੀਕ ਹੈ, ਮੈਨੇਜਮੈਂਟ ਦੇ ਲਈ ਹੈਗਾ ਇਹ। ਹਰ ਇੱਕ ਜਿਹੜੀ ਇਨਫੋਰਮੇਸ਼ਨ ਹੈਗੀ ਆ, ਆਲ ਰਿਕਾਰਡ ਜਿਹੜੇ ਹੈਗੇ ਨੇ ਉਸ ਆਰਗੇਨਾਈਜੇਸ਼ਨ ਦੇ ਰਿਕਾਰਡਿੰਗ ਰਿਲੇਟਡ, ਉਸ ਕੰਪਨੀ ਦੇ ਰਿਲੇਟਡ, ਉਹ ਸਾਰਾ MIS ਕੋਲੇ ਹੁੰਦਾ ਹੈਗਾ। ਜਿੱਦਾਂ ਕਿ ਈ ਸਕੂਲ ਪੰਜਾਬ ਦੇ ਵਿੱਚ ਜਿਹੜੀ ਵੈਬਸਾਈਟ ਹੈਗੀ ਆ, ਉੱਥੇ ਸਟਾਫ ਦਾ ਡਾਟਾ ਵੀ ਆ, ਸਕੂਲ ਦਾ ਡਾਟਾ ਵੀ ਆ, ਸਕੂਲ ਦੇ ਰਿਲੇਟਡ ਵੀ ਡਾਟਾ ਹੈਗਾ, ਠੀਕ ਹੈ, ਵੀ ਉੱਥੇ ਕਿਹੜੀ ਜਗ੍ਹਾ 'ਤੇ ਲੋਕੇਟਡ ਹੈਗਾ, ਉਹ 'ਚ ਕਿੰਨੀ ਸਟਰੈਂਥ ਹੈਗੀ ਆ, ਉਹ ਸਾਰੀ ਇਨਫੋਰਮੇਸ਼ਨ MIS ਦੇ ਵਿੱਚ ਇਨਕਲੂਡਡ ਹੈਗੀ ਆ। ਸਾਡੇ ਕੋਲ 5th ਵਨ ਆ ਗਿਆ ਜੀ, ਐਕਸਪਰਟ ਸਿਸਟਮ। ਐਕਸਪਰਟ ਸਿਸਟਮ ਨੂੰ ਆਪਾਂ ਇੱਕੋ ਹੀ ਗੱਲ 'ਚ ਕਹਿੰਦੇ ਹਾਂ, ਦੀਸ ਟਾਈਪ ਆਫ ਸਿਸਟਮ ਆਰ ਯੂਜ਼ਡ ਟੂ ਸੋਲਵ ਕੰਪਲੀਕੇਟਡ ਪ੍ਰੋਬਲਮ। ਜਿਹੜੀਆਂ ਕੰਪਲੀਕੇਟਡ ਪ੍ਰੋਬਲਮਸ ਹੈਗੀਆਂ ਸਾਇੰਸ ਅਤੇ ਇੰਟੈਲੀਜੈਂਸ ਡਿਪਾਰਟਮੈਂਟ ਦੇ ਲਈ, ਉਹਨਾਂ ਨੂੰ ਸੋਲਵ ਕਰਨ ਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਐਕਸਪਰਟ ਸਿਸਟਮ। ਸੋ ਨੈਕਸਟ ਸਟੂਡੈਂਟਸ ਆ ਗਿਆ ਪੁਆਇੰਟ ਟੂ ਰਿਮੈਂਬਰ। ਵੈਰੀ ਇੰਪੋਰਟੈਂਟ, ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਹਮੇਸ਼ਾ ਸਭ ਤੋਂ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਪੜ੍ਹਿਆ ਕਰੋ। ਚੈਪਟਰ ਰੀਡ ਕਰ ਲਿਆ, ਉਸ ਤੋਂ ਬਾਅਦ ਸਭ ਤੋਂ ਪਹਿਲਾਂ ਇਹਨਾਂ ਨੂੰ ਪੜ੍ਹੋ, ਦੈਨ ਐਕਸਰਸਾਈਜ਼ ਦੇ ਉੱਤੇ ਮੂਵ ਹੋਵੋ। ਤਾਂ ਸਭ ਤੋਂ ਜਿਹੜਾ ਹੈਗਾ ਮੇਨ ਇੰਪੋਰਟੈਂਟ ਕਿ ਈ ਗਵਰਨੈਂਸ ਕਿੰਨੇ ਹਿੱਸਿਆਂ ਦੇ ਵਿੱਚ ਵੰਡੀ ਗਈ ਹੈਗੀ ਆ, 1 2 3 4 ਤੇ 1 5। ਕਿੰਨੇ ਲੈਵਲ ਨੇ, 3 ਲੈਵਲ ਨੇ, 1 2 ਤੇ 1। ਤੇ ਸਮਾਰਟ ਗਵਰਨੈਂਸ ਦੀ ਡੈਫੀਨੇਸ਼ਨ ਦੱਸੀ ਹੋਈ ਹੈ, ਦਾ ਫੈਸਿਲਿਟੀਜ਼ ਐਂਡ ਸਰਵਿਸ ਪ੍ਰੋਵਾਈਡਡ ਬਾਏ ਦਾ ਈ ਗਵਰਨੈਂਸ ਥਰੂ ਇੰਟਰਨੈਟ ਇਨ ਐਨ ਇੰਟਰੈਕਟਿਵ ਵੇ ਇਜ਼ ਕਾਲਡ ਸਮਾਰਟ ਗਵਰਨੈਂਸ। ਸੋ ਸਮਾਰਟ ਗਵਰਨੈਂਸ ਦੀ ਡੈਫੀਨੇਸ਼ਨ ਇੱਥੇ ਆ ਗਈ। ਨੈਕਸਟ ਆ ਗਿਆ ਕਿ ਜੀ ਆਧਾਰ ਕਾਰਡ ਕਿੰਨੇ ਡਿਜਿਟ ਨੰਬਰ ਹੈਗਾ, 12 ਡਿਜਿਟ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ। ਆਧਾਰ ਕਾਰਡ ਦੀ ਵਰਤੋਂ ਕਿੱਥੇ ਕਰ ਸਕਦੇ ਹਾਂ, ਬੈਂਕ ਅਕਾਊਂਟ ਓਪਨ ਕਰਨ ਦੇ ਲਈ, ਪੈਨ ਕਾਰਡ, ਇਨਕਮ ਟੈਕਸ ਐਕਸੈਟਰਾ। ਫਿਰ ਆ ਗਿਆ ਜੀ ਸਾਡੇ ਕੋਲੇ ਕਿ ਇਨਫੋਰਮੇਸ਼ਨ ਸਿਸਟਮ ਕੀ ਹੈ। ਇਨਫੋਰਮੇਸ਼ਨ ਸਿਸਟਮ ਇੱਕ ਕੰਪਿਊਟਰ ਸੌਫਟਵੇਅਰ। ਮੇਨ ਪਾਰਟ ਕਿਹੜੇ ਨੇ ਇਨਫੋਰਮੇਸ਼ਨ ਸਿਸਟਮ ਦੇ, ਹਾਰਡਵੇਅਰ, ਸੌਫਟਵੇਅਰ, ਡਾਟਾਬੇਸ, ਨੈਟਵਰਕ ਐਂਡ ਪ੍ਰੋਸੀਜਰਸ। ਤੇ ਉਸ ਤੋਂ ਬਾਅਦ ਕਿੰਨੇ ਟਾਈਪ ਦਾ ਇਨਫੋਰਮੇਸ਼ਨ ਸਿਸਟਮ ਆ, ਟ੍ਰਾਂਜੈਕਸ਼ਨ, TPS, ਡਿਸੀਜਨ ਸਪੋਰਟ ਸਿਸਟਮ, EIS, MIS ਤੇ ਐਕਸਪਰਟ ਸਿਸਟਮ। ਲਾਸਟ ਸਾਡੇ ਕੋਲ ਆ ਗਿਆ ਜਿਹੜੀਆਂ ਇੰਪੋਰਟੈਂਟ ਵੈਬਸਾਈਟਸ ਨੇ, ਵੈਰੀ ਇੰਪੋਰਟੈਂਟ, ਜਿਹਨਾਂ ਨੂੰ ਤੁਸੀਂ ਕਾਮਨਲੀ ਯੂਜ਼ ਕਰਦੇ ਹੈਗੇ। ਉਹ ਪਾਸਪੋਰਟ ਅਪਲਾਈ ਕਰਨਾ ਤਾਂ ਉਹਦੇ ਲਈ ਪਾਸਪੋਰਟ ਇੰਡੀਆ, ਇਨਕਮ ਟੈਕਸ ਦੇ ਲਈ ਇਨਕਮ ਟੈਕਸ ਇੰਡੀਆ ਫਾਈਲਿੰਗ, ਤੇ ਆਧਾਰ ਕਾਰਡ ਦੇ ਲਈ ਵੋਟਰ ਆਫ ਪੰਜਾਬ ਦੇ ਲਈ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਕਿਹੜੀ ਹੈਗੀ ਆ। ਸੋ ਦੀਜ਼ ਆਰ ਦਾ ਕਾਮਨਲੀ ਵੈਬਸਾਈਟਸ ਜਿਹੜੀਆਂ ਆਪਾਂ ਯੂਜ਼ ਕਰ ਰਹੇ ਹੈਗੇ ਡੇਲੀ ਬੇਸਿਸ ਦੇ ਉੱਤੇ। ਆਈ ਹੋਪ ਸਟੂਡੈਂਟਸ ਕਿ ਤੁਹਾਨੂੰ ਇਹ ਜਿਹੜਾ ਚੈਪਟਰ ਹੈਗਾ ਇਹ ਸਮਝ ਆਇਆ ਹੋਊ।